ਸਤਿ ਸ਼੍ਰੀ ਅਕਾਲ ਪੰਜਾਬੀਓ। ਸਾਡਾ ਜਿਹੜਾ ਅੱਜ ਦਾ ਵਿਸ਼ਾ ਹੈ ਜਿਹਦੇ ਬਾਰੇ ਡਿਸਕਸ ਕਰਾਂਗੇ ਉਹ ਹੈਗੇ ਨੇ ਵਾਇਰਸ, ਵੈਕਸੀਨ ਅਤੇ ਵਿਟਾਮਿਨ। ਇਹ ਵਾਇਰਸ ਪਹਿਲਾਂ ਸਾਨੂੰ ਇੱਕ ਵਾਰੀ ਸਮਝਣਾ ਪਏਗਾ ਕਿ ਵੀ ਇਹ ਹੈ ਕੀ ਚੀਜ਼ ਹੈ। ਵਾਇਰਸ ਇੱਕ ਬਹੁਤ ਹੀ ਜਿਹਨੂੰ ਕਹਿ ਲਓ ਛੋਟਾ ਜਿਹਾ ਜਿਹਨੂੰ ਕਹਿ ਲਓ ਕਿ ਵੀ ਕੀਟਾਣੂ ਹੈ ਜੋ ਜਦੋਂ ਵੀ ਕਿਸੇ ਵੀ ਲਿਵਿੰਗ ਸੈੱਲ ਦੇ ਵਿੱਚ ਜਿਹਨੂੰ ਕਹਿ ਲਓ ਕਿ ਵੀ ਜਿੰਦਾ ਚੀਜ਼ ਦੇ ਵਿੱਚ ਜਦੋਂ ਵੀ ਉਹ ਐਂਟਰ ਕਰਦਾ ਤਾਂ ਉਹ ਰੈਪਲੀਕੇਸ਼ਨ ਸ਼ੁਰੂ ਕਰ ਦਿੰਦਾ, ਯਾਨੀ ਕਿ ਆਪਣੀ ਜਨਸੰਖਿਆ ਵਧਾਉਣੀ ਸ਼ੁਰੂ ਕਰ ਦਿੰਦਾ। ਤੇ ਇਹ ਜਿਹੜੇ ਵਾਇਰਸ ਨੇ ਨਾ ਇਹ ਹਰ ਤਰ੍ਹਾਂ ਦੀ ਲਾਈਫ ਫਾਰਮ ਜਿਹੜੀ ਧਰਤੀ ਤੇ ਐਗਜ਼ਿਸਟ ਕਰਦੀ ਹੈ, ਜਾਨਵਰਾਂ ਦੇ ਵਿੱਚ, ਪਲਾਂਟਸ ਤੋਂ ਲੈ ਕੇ ਜਿਹੜੇ ਛੋਟੇ ਕੀਟਾਣੂ ਮਾਈਕਰੋ ਆਰਗੇਨਿਜ਼ਮ ਹੈਗੇ ਨੇ, ਜਿਵੇਂ ਆਪਾਂ ਕਹਿੰਦੇ ਆ ਬੈਕਟੀਰੀਆ ਐਂਡ ਆਰਕੀਆ, ਉਹਨਾਂ ਦੇ ਵਿੱਚ ਵੀ ਇਹ ਐਂਟਰ ਕਰਕੇ ਉਹਨਾਂ ਨੂੰ ਇਨਫੈਕਟ ਕਰਦਾ। ਵਾਇਰਸ ਜਿਹੜੀ ਚੀਜ਼ ਹੈਗੀ ਹੈ ਇਹ 3 ਪਾਰਟਸ 'ਚ ਬਣਿਆ ਹੁੰਦਾ ਤਕਰੀਬਨ। ਨਾ ਇਹਦੇ ਵਿੱਚ ਦੇਖਿਆ ਜਾਵੇ ਇਹਦੇ ਵਿੱਚ ਉਹ ਜਿਹੜੇ ਪਾਰਟ ਹੁੰਦੇ ਆ ਉਹ ਆਲ ਜਿਹੜੇ ਹੈਗੇ ਉਹਦੇ ਚ ਜੀਨ ਵੀ ਪ੍ਰੈਜ਼ੈਂਟ ਹੁੰਦੇ ਨੇ। ਜੀਨ ਦਾ ਮਤਲਬ ਹੈ ਕਿ ਵੀ ਉਹ ਜਿਹੜੀ ਜੈਨੇਟਿਕ ਇਨਫੋਰਮੇਸ਼ਨ ਹੈ ਨਾ ਇੱਕ ਪਾਰਟ ਤੋਂ ਦੂਜੇ ਦੇ ਵਿੱਚ ਉਹ ਜਾ ਕੇ ਅੱਗੇ ਸ਼ੇਅਰ ਵੀ ਕਰਦੇ ਨੇ। ਜਦੋਂ ਵੀ ਸਾਡੇ ਜਿਹੜੇ ਹੈਗੇ ਆ ਨਾ ਜਿਹੜੇ ਜੀਨਸ ਕੰਟੇਨ ਦਾ ਇਨਕੋਡਡ ਬਾਇਓਲੋਜੀਕਲ ਇਨਫੋਰਮੇਸ਼ਨ ਆਫ ਦਾ ਵਾਇਰਸ ਐਂਡ ਆਰ ਬਿਲਡ ਫਰਮ ਆਈਦਰ ਡੀਐਨਏ ਜਾਂ ਡੀਐਨਏ ਹੁੰਦਾ ਜਾਂ ਆਰਐਨਏ ਹੁੰਦਾ, ਜਿਹਦੇ ਵਿੱਚ ਉਹਦੀ ਬਾਇਓਲੋਜੀਕਲ ਇਨਫੋਰਮੇਸ਼ਨ ਹੁੰਦੀ ਹੈ। ਉਹ ਇਨਫੋਰਮੇਸ਼ਨ ਉਹ ਅੱਗੇ ਇੱਕ ਸੈੱਲ ਤੋਂ ਦੂਜੇ ਸੈੱਲ ਦੇ ਵਿੱਚ ਟ੍ਰਾਂਸਮਿਟ ਕਰਦੇ ਨੇ। ਇਸੇ ਕਰਕੇ ਜਿਹੜੇ ਵਾਇਰਸ ਨੇ ਇਹ ਅੱਗੇ ਅੱਗੇ ਰੈਪਲੀਕੇਟ ਕਰਦੇ ਨੇ, ਅੱਗੇ ਵਧਾਈ ਜਾਂਦੇ। ਤੇ ਇਹਨਾਂ ਦੇ ਉੱਤੇ ਜਿਹੜੇ ਵਾਇਰਸ ਜਿਹੜੇ ਮੈਂ 3 ਪਾਰਟ ਕਿਹਾ, ਡੀਐਨਏ ਆਰਐਨਏ ਦੇ ਉੱਪਰ ਇੱਕ ਪ੍ਰੋਟੀਨ ਕੋਟ ਵੀ ਹੁੰਦਾ। ਉਹ ਪ੍ਰੋਟੀਨ ਕੋਟ ਇਸ ਕਰਕੇ ਹੁੰਦਾ ਜਿਹੜਾ ਡੀਐਨਏ ਤੇ ਆਰਐਨਏ ਉਹਨੂੰ ਕੋਈ ਚੀਜ਼ ਡੈਮੇਜ ਨਾ ਕਰ ਸਕੇ। ਜਿਹੜੀ ਉਹਦੇ ਅੰਦਰ ਜੈਨੇਟਿਕ ਇਨਫੋਰਮੇਸ਼ਨ ਹੈ ਨਾ ਉਹ ਇਨਫੋਰਮੇਸ਼ਨ ਉੱਥੇ ਰਵੇ। ਉਹ ਕੀ ਅੱਗੇ ਜਾ ਕੇ ਵਾਇਰਸ ਨੇ ਨੁਕਸਾਨ ਦੇਣਾ, ਉਹਦੇ ਵਿੱਚ ਸਾਰੀ ਇਸ ਤਰ੍ਹਾਂ ਰੈਪਲੀਕੇਸ਼ਨ ਹੁੰਦੀ ਹੈ। ਉਹ ਇੱਕ ਇਨਫੋਰਮੇਸ਼ਨ ਹੁੰਦੀ ਹੈ ਬਾਇਓਲੋਜੀਕਲ, ਠੀਕ ਹੈ ਨਾ। ਉਹ ਕਈਆਂ ਵਾਇਰਸ ਦੇ ਉੱਪਰ ਇਨਵੈਲਪ ਜਾਂ ਵੀ ਚੜਿਆ ਹੁੰਦਾ ਜਿਹਨੂੰ ਆਪਾਂ ਕਹਿੰਦੇ ਫੈਟ ਲਾਈਕ ਸਬਸਟੈਂਸ। ਜਿਵੇਂ ਅੱਜ ਕੱਲ੍ਹ ਦਾ ਵਾਇਰਸ ਤੁਸੀਂ ਬੜਾ ਸੁਣਿਆ ਹੋਣਾ ਨਾਮ ਦੇ ਵਿੱਚ। ਅਸੀਂ ਚਲੋ ਜਿਹਦੇ ਪ੍ਰਮਾਤਮਾ ਕਰੇ ਕਿ ਸਾਡੇ ਜਲਦੀ ਤੋਂ ਜਲਦੀ ਇਸ ਤੋਂ ਖਹਿੜਾ ਛੁੱਟੇ, ਤੇ ਇਹ ਵਾਇਰਸ ਦੇ ਉੱਪਰ ਵੀ ਇੱਕ ਫੈਟ ਲਾਈਕ ਸਬਸਟੈਂਸ ਹੈਗਾ। ਇਸੇ ਕਰਕੇ ਉਹ ਜਿਹੜਾ ਪ੍ਰੋਟੀਨ ਕੋਡ ਦੇ ਉੱਪਰ ਜਿਹੜਾ ਫੈਟ ਲਾਈਕ ਸਬਸਟੈਂਸ ਵਗੈਰਾ, ਇਸੇ ਕਰਕੇ ਜਗ੍ਹਾ ਜਗ੍ਹਾ ਕਿਹਾ ਜਾਂਦਾ ਕਿ ਤੁਸੀਂ ਆਪਣੇ ਵਾਰੀ ਹੱਥ ਧੋਵੋ 15 ਤੋਂ 20 ਸੈਕਿੰਡ। ਜੇ ਸਾਬਣ ਦੇ ਨਾਲ ਹੱਥ ਧੋਵੋਗੇ ਤਾਂ ਉੱਪਰ ਵਾਲੀ ਜਿਹੜੀ ਫੈਟ ਲਾਈਕ ਜਿਹੜੀ ਹੈਗੀ ਆ ਸਬਸਟੈਂਸ ਜਿਹੜਾ ਇਨਵੈਲਪ ਹੈ ਉਹ ਖੁਰ ਜਾਂਦਾ। ਖੁਰ ਜਾਣ ਨਾਲ ਇਹਦਾ ਜਿਹੜਾ ਅੰਦਰੋਂ ਦੀ ਹੈਗਾ ਜਿਹੜੇ ਪਾਰਟਸ ਹੈ ਟੁੱਟ ਜਾਂਦੇ ਨੇ ਤੇ ਡੀਐਨਏ ਆਰਐਨਏ ਬਿਖਰ ਜਾਂਦਾ ਤੇ ਇਨਫੋਰਮੇਸ਼ਨ ਇਹਨੂੰ ਆਪਣਾ ਹੁੰਦੀ ਨਹੀਂ ਤੇ ਇਹ ਜਿਹਨੂੰ ਕਹ ਲਓ ਕਿ ਖਤਮ ਹੋ ਜਾਂਦਾ ਉੱਥੇ। ਇਸੇ ਕਰਕੇ ਕਹਿੰਦੇ ਜੀ ਅਲਕੋਹਲ ਬੇਸਡ ਜਿਹੜੇ ਆਪਾਂ ਅੱਜ ਕੱਲ੍ਹ ਸੈਨੀਟਾਈਜ਼ਰਸ ਯੂਜ਼ ਕਰ ਰਹੇ ਹਾਂ, ਹੈਂਡ ਸੈਨੀਟਾਈਜ਼ਰ, ਉਹਦੇ ਨਾਲ ਵੀ ਇਹ ਜਿਹੜਾ ਫੈਟ ਲਾਈਕ ਸਟਰਕਚਰ ਹੈਗਾ ਨਾ ਉੱਪਰ ਦਾ ਉਹ ਟੁੱਟ ਜਾਂਦਾ। ਲਿਪਿਡ ਜਿਹੜੀ ਉੱਪਰ ਫਾਰਮੇਸ਼ਨ ਹੈਗੀ ਉਹ ਟੁੱਟ ਜਾਂਦੀ ਹੈ। ਹੁਣ ਨੈਕਸਟ ਆਈਏ ਕਿ ਵੀ ਜਿਹੜਾ ਵਾਇਰਸ ਹੈਗਾ ਜਿਹੜਾ ਉੱਪਰ ਜਿਹੜਾ ਵਾਇਰਲ ਇਨਵੈਲਪ ਜਿਹੜਾ ਆਪਾਂ ਕਹਿੰਦੇ ਬਾਹਰਲਾ ਸਟਰਕਚਰ ਹੈਗਾ ਉਹਦੇ ਉੱਤੇ ਨਾ ਇੱਕ ਰਿਸੈਪਟਰ ਹੁੰਦੇ ਨੇ ਜਿਹਨੂੰ ਆਪਾਂ ਕਹਿੰਦੇ ਕੰਡੇ ਟਾਈਪ ਸਟਰਕਚਰ ਦੇ ਹੁੰਦੇ ਨੇ। ਉਹ ਜਿਹੜੇ ਸਟਰਕਚਰ ਹੁੰਦੇ ਨਾ ਕੰਡੇ ਟਾਈਪ, ਉਹ ਵਾਇਰਸ ਨੂੰ ਦੂਜੇ ਕਿਸੇ ਵੀ ਸੈੱਲ ਦੇ ਐਂਟਰ ਕਰਨ ਲਈ ਸਹਾਇਕ ਹੁੰਦੇ ਨੇ। ਜਿਵੇਂ ਸਕਿਨ ਦੇ ਉੱਪਰ ਆ ਗਿਆ, ਸਕਿਨ ਦੇ ਵਿੱਚੋਂ ਜਿਹੜਾ ਰਿਸੈਪਟਰ ਹੈ ਨਾ ਉਹ ਅੰਦਰ ਐਂਟਰ ਕਰਨ ਦੀ ਕੋਸ਼ਿਸ਼ ਕਰਦਾ, ਉੱਪਰਲਾ ਘੇਰਾ ਤੋੜ ਕੇ ਜਿਵੇਂ ਕਹਿੰਦੇ ਅੰਦਰ ਜਾਣਾ ਕਿਸੇ ਦੇ। ਤੇ ਇਹ ਜਿਹੜੇ ਵਾਇਰਸ ਹੈਗੇ ਨੇ ਇਹਨਾਂ ਦੇ ਡਿਫਰੈਂਟ ਜਿਹਨੂੰ ਆਪਾਂ ਕਹੀਏ ਇਹਦਾ ਆਕਾਰ ਕਿਹੋ ਜਿਹਾ ਹੁੰਦਾ। ਆਕਾਰ ਇਹਦੇ ਸਿੰਪਲ ਹੈਲੀਕਲ ਤੋਂ ਲੈ ਕੇ ਬੜੇ ਕੰਪਲੈਕਸ ਤੱਕ ਆਪਣੇ ਇਹ ਡਿਫਰੈਂਟ ਜਿਹਨੂੰ ਕਹ ਲਓ ਕਿ ਵੀ ਮੋਡ ਉਹ ਸਟਰਕਚਰ ਬਣਾ ਲੈਂਦਾ ਆਪਣਾ। ਤੇ ਇਹ ਹੁੰਦਾ ਇੰਨਾ ਛੋਟਾ ਹੈਗਾ ਕਿ 20 ਤੋਂ ਲੈ ਕੇ 300 ਨੈਨੋਮੀਟਰ ਤੱਕ ਹੁੰਦਾ, ਜੋ ਕਿ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ। ਇਸੇ ਕਰਕੇ ਇਹਨੂੰ ਮਾਈਕਰੋਸਕੋਪ ਦੇ ਅੰਦਰ ਦੇਖਿਆ ਜਾਂਦਾ। ਤੇ ਨਾ ਸਰ ਅਸੀਂ ਦੇਖ ਸਕਦੇ ਹਾਂ ਕਿ ਵੀ ਕੋਈ ਚੀਜ਼ ਹੈਗੀ ਹੈ ਜਿਵੇਂ ਕੁਛ ਨੇ ਕਿਤੇ ਵਾਇਰਸ ਪਿਆ ਕਿ ਨਹੀਂ ਪਿਆ, ਇਸ ਕਰਕੇ ਸਾਡੀ ਅੱਖਾਂ ਨਾਲ ਨਹੀਂ ਦਿਖਦਾ। ਤੇ ਉਹਦੇ ਲਈ ਬਹੁਤ ਜਿਹਨੂੰ ਕਹ ਲਓ ਕਿ ਬਹੁਤ ਹੀ ਸੂਖਮ ਕੀਟਾਣੂ ਹੈ, ਇਸ ਤਰ੍ਹਾਂ ਬਹੁਤ ਛੋਟਾ। ਤੇ ਇਹ ਜਿਹੜੇ ਛੋਟੇ ਵਾਇਰਸ ਹੈ ਨਾ ਇਹ ਇਕੱਠੇ ਜੁੜ ਕੇ ਜਿਵੇਂ ਕਹ ਲਓ 33,000 ਤੋਂ ਲੈ ਕੇ 5 ਲੱਖ ਦਾ ਵਾਇਰਸ ਇਕੱਠੇ ਜੁੜ ਜਾਂਦੇ ਨੇ। ਤੁਸੀਂ ਆਪੇ ਦੱਸੋ ਜੋ 5 ਲੱਖ ਵਾਇਰਸ ਜੋੜ ਕੇ ਮੈਕਸਿਮਮ ਜਿਹੜਾ ਸਟ੍ਰੈਚ ਹੈਗਾ ਇਹਦਾ ਕਿ ਵਾਇਰਸ ਇੱਕ ਚੇਨ ਜੀ ਬਣਾ ਲੈਂਦੇ ਨੇ ਨਾ, ਇਹ 1 ਸੈਂਟੀਮੀਟਰ ਤੱਕ ਵੀ ਬਣਾ ਲੈਂਦੇ ਨੇ। ਇੰਨੀ ਲੰਬੀ ਸਰੀਰ ਦੇ ਅੰਦਰ ਵਾਇਰਸ ਜੁੜੀ ਜਾਊਗਾ ਉਹ ਇੰਨੀ ਲੰਬੀ 0.4 ਇੰਚ ਦੀ ਚੇਨ ਜੀ ਵੀ ਬਣਾ ਲੈਂਦੇ ਨੇ। ਉਹ ਇਹੋ ਜਿਹੇ ਵਾਇਰਸ ਵੀ ਪਾਏ ਜਾਂਦੇ ਨੇ। ਹੁਣ ਆਪਾਂ ਆਈਏ ਕਿ ਵੀ ਜੇ ਵਾਇਰਸ ਨੇ ਆਉਂਦੇ ਨੇ ਕਿੱਥੋਂ ਆਉਂਦੇ ਨੇ ਤੇ ਕਿਵੇਂ ਜਾਂਦੇ ਨੇ। ਇਹ ਵਾਇਰਸ ਜਿਹੜੇ ਹੁੰਦੇ ਨੇ ਜਦ ਤੋਂ ਦੁਨੀਆ ਬਣੀ ਹੈ ਬੈਕਟੀਰੀਆ ਵਾਇਰਸ ਤਦੋਂ ਤੋਂ ਹੀ ਹੈ। ਇਹ ਕੱਲ ਵੀ ਸੀ, ਇਹ ਅੱਜ ਵੀ ਨੇ ਤੇ ਕੱਲ ਵੀ ਰਹਿਣਗੇ। ਤੇ ਇਹਨਾਂ ਵਾਇਰਸ ਦਾ ਜਿਹੜਾ ਅੱਗੇ ਜਾ ਕੇ ਫੈਲਦੇ ਕਿਵੇਂ ਨੇ ਇਹ ਸਾਨੂੰ ਸੋਚਣਾ ਪੈਣਾ ਹੈ। ਇਹ ਵਾਇਰਸ ਦੇ ਵਿੱਚ ਵੈਕਟਰਸ ਹੁੰਦੇ ਨੇ ਜਿਹੜੇ ਗਲਾਉਂਦੇ ਨੇ। ਜਿਵੇਂ ਆਪਾਂ ਕਿਸੇ ਨੂੰ ਕਹਦੇ ਕਿ ਮੱਛਰ ਮੋਸਕੀਟੋ ਜਿਹਨੂੰ ਕਹਿੰਦੇ ਮੱਛਰ ਨੇ ਕੱਟ ਲਿਆ, ਇੱਕ ਬੰਦੇ ਨੂੰ ਕੱਟਿਆ, ਉਹਨੂੰ ਕੋਈ ਇਨਫੈਕਸ਼ਨ ਸੀ ਵਾਇਰਸ ਵਾਲੀ, ਉਹ ਜਾ ਕੇ ਜਦੋਂ ਉਹਨੇ ਬਲੱਡ ਉਹਦਾ ਸੋਕ ਕੇ ਦੂਜੇ ਮਨੁੱਖ ਨੂੰ ਜਾ ਕੇ ਕੱਟ ਲਿਆ, ਉਹ ਵੈਕਟਰ ਇੱਕ ਟ੍ਰਾਂਸਮਿਟ ਕਰਤਾ ਉਹਨੇ ਇੱਕ ਮਨੁੱਖ ਤੋਂ ਦੂਜੇ ਮਨੁੱਖ 'ਚ ਕਿਵੇਂ ਪਹੁੰਚਿਆ, ਉਹ ਮੱਛਰ ਦੇ ਕੱਟਣ ਨਾਲ ਪਹੁੰਚ ਗਿਆ। ਮੱਛਰ ਨੇ ਉਹ ਬਲੱਡ ਜਾ ਕੇ ਉਹ ਦੂਜੇ 'ਚ ਪਾਤਾ ਤੇ ਉਹ ਵੈਕਟਰ ਹੋਇਆ। ਯਾਨੀ ਐਵੇਂ ਬਰਡਸ ਕਹਿ ਲਓ ਕਿ ਵੀ ਜੇ ਇੱਕ ਜਗ੍ਹਾ ਤੋਂ ਉੱਡ ਕੇ ਜਿਵੇਂ ਉਹ ਚਮਗੱਦੜਾਂ ਆਈਆਂ ਕਹਿੰਦੇ ਨੇ ਕਿ ਉਹ ਚਮਗੱਦੜਾਂ ਤੋਂ ਫੈਲ ਗਿਆ ਜੀ ਇਹ ਵਾਇਰਸ। ਜੇ ਚਮਗੱਦੜ ਕੇ ਫੈਲ ਗਿਆ, ਚਮਗੱਦੜ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਗਈ,
ठीक है ना। दूजी जगह जगह किसी मनुख ने चमगादड़ मार के खा ली, वो अंदर सीगा, चमगादड़ तो अगे वायरस चले गया। ये ਜਿਹੜੇ ਵਾਇਰਸ ਹੈਗੇ ਨੇ ਇਹ ਰਹਿਣੀ ਨੇ, ਜਿਵੇਂ ਇਨਫਲੂਐਂਜ਼ਾ ਵਾਇਰਸ ਸੀਗੇ ਤੇ ਖੰਘ ਤੇ ਖਾਂਸੀ ਨਾਲ ਛਿੱਕਾਂ ਨਾਲ ਵੱਧਦੇ ਸੀ। ਆ ਜਿਹੜਾ ਨਵਾਂ ਵਾਇਰਸ ਆਇਆ ਜਿਹਨੂੰ ਆਪਾਂ ਕੋਵਿਡ ਕਹਿੰਦੇ ਆ, ਇਹ ਵੀ ਇੱਕ ਇਨਫਲੂਐਂਜ਼ਾ ਵਾਇਰਸ ਵਰਗਾ ਹੀ ਆ। ਖੰਘ ਖਾਂਸੀ ਤੋਂ ਅੱਗੇ ਟੱਚ ਕੰਟੇਜੀਅਸ ਹੈ, ਅੱਗੇ ਵੱਧ ਰਿਹਾ ਹੈ। ਫਿਰ ਨੋਰਾ ਵਾਇਰਸ ਹੈ, ਰੋਟਾ ਵਾਇਰਸ ਨੇ, ਜੋ ਕਿ ਸਾਡੇ ਪੇਟ ਦੀਆਂ ਪ੍ਰੋਬਲਮਸ ਬੜੀਆਂ ਕਰਦੇ, ਜਿਵੇਂ ਕਦੋਂ ਵੋਮਿਟਸ ਉਲਟੀਆਂ ਲੱਗ ਜਾਂਦੀਆਂ ਨੇ, ਤੇ ਬੋਡੀ 'ਚ ਐਂਟਰ ਕਿਵੇਂ ਕਰਦੇ ਨੇ, ਫੂਡ ਤੇ ਵਾਟਰ ਦੇ ਥਰੂ, ਪਾਣੀ ਦੇ ਥਰੂ ਵਾਇਰਸ ਆ ਗਿਆ, ਜਾਂ ਕੋਈ ਖਾਣ ਪੀਣ ਖਾਧਾ ਉਹ 'ਚ ਵਾਇਰਸ ਆ ਗਿਆ। ਫਿਰ HIV, ਜਿਵੇਂ ਪਤਾ ਸੈਕਸੁਅਲ ਕੰਟੈਕਟ ਨਾ ਹੁੰਦਾ ਸੀ, ਜਾਂ ਕਿਸੇ ਦਾ ਇਨਫੈਕਟਡ ਪਰਸਨ ਦਾ ਕੋਈ ਜਿਹੜਾ ਬਲੱਡ ਹੈਗਾ ਉਹ ਦੂਜੇ ਨੂੰ ਚੜ ਜਾਵੇ ਜਾਂ ਟੱਚ 'ਚ ਆ ਜਾਵੇ, ਉਹ ਬਲੱਡ ਲਾਈਵ ਬਲੱਡ ਆ ਜਾਏ ਇੱਕਦਮ, ਤੇ HIV ਵਾਇਰਸ ਟ੍ਰਾਂਸਮਿਟ ਹੋ ਜਾਂਦਾ ਸੀਗਾ। ਤੇ ਇਹ ਜਿਹੜੀ ਡੈਡਲੀ ਐਪੀਡੈਮਿਕਸ ਤੇ ਪੈਂਡੇਮਿਕਸ ਹੈਗੀਆਂ ਨਾ, ਇਹ ਪੁਰਾਣੇ ਆਪਾਂ ਜੇ ਪਿੱਛੇ ਆਪਾਂ ਗੱਲ ਕਰਦੇ ਹਾਂ ਪਿਛਲੇ 100-150 ਸਾਲ 'ਚ ਦੇਖੀਏ ਕਿੰਨੀਆਂ ਆਈਆਂ ਸੀ। ਥਰਡ ਕੋਲਰਾ ਬੈਕਟੀਰੀਅਲ ਡਿਜ਼ੀਜ਼ ਹੈ, ਬੇਸਿਕਲੀ ਇਹ ਬੈਕਟੀਰੀਆ ਜਿਹਨੂੰ ਕਹਿੰਦੇ ਆਪਾਂ। ਬੈਕਟੀਰੀਆ ਸਾਰੇ ਮਾੜੇ ਨਹੀਂ ਹੁੰਦੇ, ਇੰਨੇ 1% ਬੈਕਟੀਰੀਆ ਸਿਰਫ ਮਾੜੇ ਹੁੰਦੇ ਨੇ, 99% ਬੈਨੀਫੀਸ਼ੀਅਲ ਹੁੰਦੇ ਨੇ। ਸਾਡਾ ਸਰੀਰ ਬੈਕਟੀਰੀਆ ਨਾਲ ਭਰਿਆ ਹੋਇਆ। ਸਾਡੇ ਪੇਟ ਦੇ ਵਿੱਚ ਪਤਾ ਨਹੀਂ ਕਿੰਨੇ ਬੈਕਟੀਰੀਆ ਹੁੰਦੇ ਨੇ, ਜਿਹੜੀ ਸਾਡੀ ਪਾਚਨ ਸ਼ਕਤੀ ਦੀ ਕਿਰਿਆ ਦੇ ਵਿੱਚ, ਜਾਂ ਜਿਹੜੇ ਪੇਟ ਦੇ ਜਿਹੜਾ ਸਾਡਾ ਉਹਦੇ ਵਿੱਚ ਇੰਟੈਸਟਾਈਨ ਦੇ ਵਿੱਚ ਪਾਏ ਜਾਂਦੇ ਨੇ, ਜਿਹੜੇ ਬੈਨੀਫੀਸ਼ੀਅਲ ਹੁੰਦੇ ਨੇ। ਤੇ ਇਹ ਚੀਜ਼ ਜਿਹੜੇ ਇੰਡੀਆ ਦੇ ਵਿੱਚ ਦੇਖੋ, ਥਰਡ ਕੋਲਰਾ ਆਇਆ ਸੀ ਜਿਹੜਾ 1852 ਦੇ ਵਿੱਚ, 10 ਲੱਖ ਲੋਕ ਇੱਥੇ ਉਸ ਬੈਕਟੀਰੀਆ ਨਾਲ ਮਰ ਗਏ ਸੀ। ਉਸ ਤੋਂ ਬਾਅਦ ਫਲੂ ਆਇਆ 1889-90 ਦੇ ਵੀ ਰਸ਼ੀਆ 'ਚ, 10 ਲੱਖ ਪਲੱਸ ਲੋਕ ਉਦੋਂ ਵੀ ਮਰ ਗਏ ਸੀ। ਫਿਰ ਦੁਬਾਰਾ ਜਿਹੜਾ ਕੋਲਰਾ ਫਿਰ ਦੁਬਾਰਾ ਆ ਗਿਆ, 6th ਕੋਲਰਾ 1910-11 'ਚ, ਫਿਰ ਇੰਡੀਆ 'ਚ 8 ਲੱਖ ਲੋਕ ਫਿਰ ਮਰ ਗਏ। ਫਿਰ 1918 ਦੀ ਸਪੈਨਿਸ਼ ਫਲੂ ਆ ਗਿਆ ਵਾਇਰਸ, 5 ਕਰੋੜ ਲੋਕ ਉਦੋਂ ਯਾਨੀ ਕਿ ਡੈਥ ਹੋ ਗਈ ਸੀ। ਫਿਰ ਏਸ਼ੀਅਨ ਫਲੂ ਆਇਆ 1957, ਏਸ਼ੀਆ ਦੇ ਅੰਦਰ 20 ਲੱਖ ਲੋਕ ਮਰ ਗਏ ਸੀ। ਹਾਂਗਕਾਂਗ 'ਚ 1968 ਫਿਰ ਆ ਗਿਆ ਸੀਗਾ ਫਲੂ, ਤੇ ਉਹ 10 ਲੱਖ ਲੋਕ ਉਦੋਂ ਵੀ ਆ ਗਏ ਸੀ। HIV ਦਾ ਬੜਾ ਪ੍ਰਚਲਨ ਕੋਂਗੋ ਚੱਲਿਆ 2005 ਤੋਂ ਲੈ ਕੇ 12 ਤੱਕ, 3.5 ਕਰੋੜ ਲੋਕ ਉਹਦੇ ਕਰਕੇ ਸੀ। ਇਸ ਕਰਕੇ ਜਿਹੜੇ ਵਾਇਰਸ ਹੈਗੇ ਨੇ ਇਹ ਆਉਂਦੇ ਰਹਿੰਦੇ ਨੇ। ਇਹ ਜੇ ਸਾਡਾ ਸਿਸਟਮ ਵੀਕ ਹੈ ਤਾਂ ਸਾਡੇ ਜਿਹੜੇ ਹੈਗੇ ਨੇ ਇਹ ਵੀਕ ਸਿਸਟਮ ਨੂੰ ਇਹ ਕੋਈ ਨਾ ਕੋਈ ਪ੍ਰੋਬਲਮ ਕ੍ਰੀਏਟ ਕਰਦੇ। ਤੇ ਇਹਦੇ ਵਿੱਚ ਜੇ ਆਪਾਂ ਦੇਖੀਏ ਕਿ ਵੀ ਜਿਹੜੇ ਇਹ ਵਾਇਰਸ ਨੇ ਇਹਨਾਂ ਦੇ ਵਿੱਚ ਜਿਹੜੇ ਡਿਜ਼ੀਜ਼ਸ ਕਾਜ਼ ਕਰਦੇ ਨੇ, ਤਾਂ ਆਪਾਂ ਇਹਨਾਂ ਤੋਂ ਕਿਸ ਤਰ੍ਹਾਂ ਬਚ ਸਕਦੇ ਹਾਂ। ਜਿਵੇਂ ਆਪਾਂ ਹੁਣ ਗੱਲ ਕਰਦੇ ਹਾਂ ਕਰੋਨਾ ਵਾਇਰਸ ਦੀ, ਜਿਹੜਾ COVID-19 ਡਿਜ਼ੀਜ਼ ਅੱਜ ਕੱਲ੍ਹ ਬੜਾ ਫੈਲਿਆ ਹੋਇਆ, ਜਿਹਦੇ ਕਰਕੇ ਪੂਰੇ ਦੁਨੀਆ ਦੇ ਵਿੱਚ ਹੀ ਲੋਕਡਾਊਨ ਦਾ ਇੱਕ ਮਾਹੌਲ ਚੱਲਿਆ ਹੋਇਆ। ਕਦ ਤੱਕ ਦੁਨੀਆ ਅੰਦਰ ਬੈਠੀ ਰਹੇਗੀ? ਕਿ ਅਗਰ ਇਸ ਚੀਜ਼ ਦੀ ਵੈਕਸੀਨ ਸਾਨੂੰ 2 ਸਾਲ ਨਾਲ ਲੱਭੀ ਤਾਂ ਅਸੀਂ 2 ਸਾਲ ਤੱਕ ਲੋਕਡਾਊਨ 'ਚ ਬੈਠੇ ਰਹਾਂਗੇ? ਨਹੀਂ, ਸਾਨੂੰ ਪ੍ਰੀਕਾਸ਼ਨਸ ਲੈਣੀਆਂ ਪੈਣਗੀਆਂ। WHO ਕੀ ਕਹਿੰਦਾ, ਜਿਹੜੀ ਇਹ COVID-19 ਵਾਇਰਸ ਹੈਗਾ ਨਾ, ਇਹ ਬੰਦੇ ਨੂੰ ਸਾਹ ਪ੍ਰਣਾਲੀ ਦੀ ਥੋੜੀ ਪ੍ਰੋਬਲਮ ਸ਼ੁਰੂ ਕਰਦਾ। ਉਸ ਤੋਂ ਬਾਅਦ ਜੇ ਆਪਣੇ ਆਪ ਨੂੰ ਆਈਸੋਲੇਟ ਕਰ ਲੈਂਦਾ ਇੱਕ ਜਗ੍ਹਾ ਤੇ ਵਧੀਆ ਖਾਣ ਪੀਣ ਵਧੀਆ ਕਰਦਾ, ਕਿ ਵਧੀਆ ਚੀਜ਼ਾਂ ਖਾਂਦਾ, ਅੰਦਰੋਂ ਇਮਿਊਨਿਟੀ ਸਟਰੋਂਗ ਕਰ ਲੈਂਦਾ, ਉਹ ਆਪਣੇ ਆਪ ਹੀ ਇਹ ਠੀਕ ਹੋ ਜਾਂਦਾ। ਕੋਈ ਸਪੈਸ਼ਲ ਟ੍ਰੀਟਮੈਂਟ ਦੀ ਲੋੜ ਨਹੀਂ ਪੈਂਦੀ। ਸਿਰਫ ਕਿਹੜੇ ਲੋਕਾਂ ਨੂੰ ਪ੍ਰੋਬਲਮ ਆਉਂਦੀ ਹੈ? ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਬਿਮਾਰੀਆਂ ਨੇ ਮੈਡੀਕਲ, ਤੁਹਾਨੂੰ ਹਾਰਟ ਦੀ ਪ੍ਰੋਬਲਮ ਹੈ, ਕੋਈ ਸ਼ੂਗਰ ਦਾ ਮਰੀਜ਼ ਹੈ, ਕਿਸੇ ਨੂੰ ਸਾਹ ਦੀ ਬਿਮਾਰੀ ਪਹਿਲਾਂ ਅਸਥਮਾ ਜਿਹਨੂੰ ਕਹਿੰਦੇ ਆਪਾਂ ਪਹਿਲਾਂ ਹੀ ਹੈਗਾ, ਜਾਂ ਕਿਸੇ ਨੂੰ ਕੈਂਸਰ ਹੈਗਾ, ਉਹ ਜਿਹੜੇ ਹੈਗੇ ਨੇ ਉਹਨਾਂ ਨੂੰ ਬੜੀ ਸੀਰੀਅਸ ਇਲਨੈਸ ਕ੍ਰੀਏਟ ਕਰ ਦਿੰਦਾ। ਇਸ ਕਰਕੇ ਹੁਣ ਤੁਸੀਂ ਆਪ ਦੇਖੋ, ਜਿਹੜੇ ਬਜ਼ੁਰਗ ਲੋਕ ਨੇ, ਬਜ਼ੁਰਗ ਲੋਕਾਂ ਦੇ ਵਿੱਚ ਕਾਰਡੀਓਵੈਸਕੂਲਰ, ਡਾਇਬਟੀਜ਼, ਕ੍ਰੋਨਿਕ ਹਾਰਟ ਡਿਜ਼ੀਜ਼, ਦਿਲ ਦੀ ਬਿਮਾਰੀ, ਸ਼ੂਗਰ ਦੀ ਬਿਮਾਰੀ, ਸਾਹ ਦੀ ਬਿਮਾਰੀ, ਕੈਂਸਰ, ਇਹ ਚੀਜ਼ਾਂ ਬਜ਼ੁਰਗ ਲੋਕਾਂ 'ਚ ਆਮ ਪਾਈਆਂ ਜਾਂਦੀਆਂ ਨੇ। ਉਹਨਾਂ ਦਾ ਇਮਿਊਨਿਟੀ ਸਿਸਟਮ ਵੀਕ ਹੁੰਦਾ, ਇਸ ਕਰਕੇ ਉਹਨਾਂ ਨੂੰ ਜ਼ਿਆਦਾ ਮਾਰ ਦਿੰਦਾ। ਜਿੰਨੇ ਵੀ ਹੁਣ ਫੋਰਨ ਦੇ ਵਿੱਚ ਵੀ ਤੁਸੀਂ ਦੇਖ ਲਓ, ਜੇ ਡੈਥਸ ਹੋ ਰਹੀਆਂ ਨੇ, ਇਟਲੀ 'ਚ ਹੋਈਆਂ, ਅਮਰੀਕਾ 'ਚ ਹੋਈਆਂ, ਉੱਥੇ ਮੈਕਸਿਮਮ ਲੋਕ ਜਿਹੜੇ ਮਰੇ ਨੇ ਇਸ ਵਾਇਰਸ ਦੇ ਕਾਰਨ, ਉਹਨਾਂ ਨੂੰ ਪਹਿਲਾਂ ਤੋਂ ਕੋਈ ਬਿਮਾਰੀਆਂ ਸੀ, ਕ੍ਰੋਨਿਕ ਡਿਜ਼ੀਜ਼, ਜਿਹੜੇ ਕਰਕੇ ਉਹਨਾਂ ਦਾ ਇਮਿਊਨ ਸਿਸਟਮ ਸਟਰੋਂਗ ਸੀ। ਦੂਜੀ ਗੱਲ, ਬਾਹਰਲੇ ਲੋਕਾਂ ਦਾ ਜਿਹਨੂੰ ਆਪਾਂ ਕਹਿੰਦੇ ਆ ਕਿ ਵੀ ਪ੍ਰੋਬਲਮ ਅੱਗੇ ਜਾ ਕੇ ਡਿਸਕਸ ਕਰਾਂਗੇ ਕਿਉਂ ਉੱਥੇ ਇੰਨੀਆਂ ਜ਼ਿਆਦਾ ਡੈਥਸ ਹੋਈਆਂ। ਇਹ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਇਹ WHO ਦੀ ਸਾਈਟ ਦੇ ਉੱਪਰ ਪਿਆ, ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਇਹ ਸਟੇਟਮੈਂਟ ਹੈ, ਜੋ ਕਿ ਮੈਂ ਤੁਹਾਡੇ ਨਾਲ ਅੱਜ ਡਿਸਕਸ ਕੀਤੀ ਹੈ। ਹੁਣ ਵੈਕਸੀਨ ਹੈ, ਸਾਰੀ ਦੁਨੀਆ ਵੈਕਸੀਨ ਤੇ ਲੱਗੀ ਹੈ, ਸਾਰੇ ਸਾਇੰਟਿਸਟ ਲੱਗੇ ਹੋਏ ਨੇ। ਦਿਨ ਰਾਤ ਕਹਿੰਦੇ ਆ, ਕਦੇ ਤੁਸੀਂ ਟੀਵੀ 'ਚ ਵੀ ਦੇਖੋ ਨਾ, ਵੈਕਸੀਨ ਡਿਵੈਲਪ ਕਰ ਲਈ ਹਜੇ, ਲੇਕਿਨ ਵੈਕਸੀਨ ਬਣਨ ਨੂੰ ਟਾਈਮ ਲੱਗੇਗਾ, ਕਲੀਨਿਕਲ ਟ੍ਰਾਇਲ ਚੱਲੇਗਾ, ਇਹ ਸਾਲ ਲੱਗ ਸਕਦਾ, 2 ਸਾਲ ਲੱਗ ਸਕਦੇ ਆ। ਤਾਂ ਕੀ 1 ਸਾਲ ਤੱਕ ਅਸੀਂ ਲੋਕ ਅੰਦਰ ਹੀ ਬੈਠੇ ਰਹਾਂਗੇ? ਕੀ ਅਸੀਂ ਕੋਈ ਰੋਜ਼ੀ ਰੋਟੀ ਨਹੀਂ ਕਮਾਵਾਂਗੇ? ਕੋਈ ਆਪਣੇ ਬੱਚਿਆਂ ਨੂੰ ਪਾਲਣਾ ਨਹੀਂ ਅਸੀਂ? ਇਸ ਕਰਕੇ ਸਾਨੂੰ ਜਿਹੜੀ ਹੈਗੀ ਹੈ ਇਹ ਵੈਕਸੀਨ ਜਿਹੜੀ ਪਹਿਲਾਂ ਦੇਖਣੀ ਪੈਣੀ। ਜਦ ਤੱਕ ਵੈਕਸੀਨ ਨਹੀਂ ਹੋਵੇ, ਵੈਕਸੀਨ ਹੁੰਦੀ ਕੀ ਚੀਜ਼ ਹੈ? ਇਹ ਇੱਕ ਬਾਇਓਲੋਜੀਕਲ ਪ੍ਰੈਪਰੇਸ਼ਨ ਹੈ, ਇੱਕ ਜਿਹਨੂੰ ਆਪਾਂ ਕਹਿੰਦੇ ਵਾਇਰਸ ਬੈਕਟੀਰੀਆ ਹੁੰਦੇ ਨੇ ਜਿਹੜੇ ਇਕੱਠੇ ਕੀਤੇ ਹੁੰਦੇ ਨੇ। ਉਹ ਸਾਡੇ ਅੰਦਰ ਐਕਟਿਵ ਐਕਵਾਇਰਡ ਇਮਿਊਨਿਟੀ ਬਾਹਰੋਂ ਦੀ ਇੱਕ ਸਾਡੇ
ਇਮਿਊਨ ਸਿਸਟਮ ਜਿਹੜਾ ਅੰਦਰ ਦਾ ਡਾਕਟਰ ਹੁੰਦਾ ਨਾ ਉਹਦੇ ਵਿੱਚ ਐਕਵਾਇਰਡ ਬਾਹਰੋਂ ਦੀ ਇਮਿਊਨਿਟੀ ਪਾਉਂਦੇ ਨੇ ਇੱਕ ਪਾਰਟਿਕੂਲਰ ਡਿਜ਼ੀਜ਼ ਲਈ, ਯਾਨੀ ਕਿ ਉਹ ਰਿਕੋਗਨਾਈਜ਼ ਕਰਦੇ ਨੇ ਕਿ ਵੀ ਜਦੋਂ ਵੀ ਇਹ ਜੇ ਕਿਸੇ ਦੁਸ਼ਮਣ ਨੇ ਸਾਨੂੰ ਅਟੈਕ ਕੀਤਾ ਨਾ ਤਾਂ ਜਿਹੜੀ ਸਾਡਾ ਇਮਿਊਨ ਸਿਸਟਮ ਹੈ ਇੱਕ ਫੌਜ ਹੈ, ਇੱਕ ਪੂਰੀ ਮਿਲਟਰੀ ਆ, ਉਹਨੇ ਅਟੈਕ ਕਰਨਾ ਉਸ ਦੁਸ਼ਮਣ ਤੇ ਉਹ ਜਿਹੜਾ ਵੈਕਸੀਨ ਹੁੰਦੀ ਹੈ ਨਾ ਉਹ ਟਿਪੀਕਲੀ ਕੀ ਹੁੰਦਾ ਜਿਹੜਾ ਵਾਇਰਸ ਜਿਹਦੀ ਬਿਮਾਰੀ ਲੱਭਦੇ ਆ ਨਾ ਉਸੇ ਜਿਹੜਾ ਕਾਰਨ ਹੁੰਦਾ ਵਾਇਰਸ ਉਹੀ ਬੈਕਟੀਰੀਆ ਜਾਂ ਵਾਇਰਸ ਨੂੰ ਆਪਾਂ ਵੀਕ ਬੈਕਟੀਰੀਆ ਤਿਆਰ ਕਰਦੇ, ਉਹ ਜਿਹੜਾ ਵੀਕ ਬੈਕਟੀਰੀਆ ਹੁੰਦਾ ਜਿਹੜਾ ਉਹਦਾ ਨਾ ਉਹ ਆਪਾਂ ਉਹਦੇ ਬੰਦੇ 'ਚ ਇੰਜੈਕਟ ਕਰਦੇ ਆ ਤਾਂ ਕਿ ਉਹਨੂੰ ਯਾਦ ਰੱਖੇ ਕਿ ਇਹ ਜਿਹਾ ਦੁਸ਼ਮਣ ਆਊਗਾ ਜਿਹਨੂੰ ਆਪਾਂ ਨੇ ਅੰਦਰ ਨਹੀਂ ਵੜਨ ਦੇਣਾ ਤੇ ਇਹਨੂੰ ਮਾਰਨਾ ਨਾਲ ਦੀ ਨਾਲ। ਸਾਡਾ ਇੱਕਦਮ ਇਮਿਊਨ ਸਿਸਟਮ ਤਿਆਰ ਹੋ ਜਾਂਦਾ ਕਿ ਵੀ ਥ੍ਰੈਟ ਆ ਗਈ, ਵੀ ਦੁਸ਼ਮਣ ਵੜ ਗਿਆ, ਇਹਨੂੰ ਫਟਾਫਟ ਖਤਮ ਕਰ ਦਿਓ, ਉਹ ਉਹਨੂੰ ਪਛਾਣ ਲੈਂਦਾ, ਠੀਕ ਹੈ ਨਾ। ਹੁਣ ਪ੍ਰੋਬਲਮ ਕੀ ਹੈ ਕਿ ਜਿਹੜੇ ਹੁਣ ਵਾਇਰਸ ਨਵਾਂ ਐਂਟਰ ਕਰ ਰਿਹਾ ਇਹਨੂੰ ਇਮਿਊਨ ਸਿਸਟਮ ਸਾਡਾ ਅਜੇ ਪਛਾਣਦਾ ਨਹੀਂ ਹੈ ਕਿਉਂਕਿ ਉਹਦੇ ਅਗੇਂਸਟ ਸਾਡੀਆਂ ਇਮਿਊਨ ਸਿਸਟਮ ਵਿੱਚ ਅਜੇ ਡਿਵੈਲਪ ਨਹੀਂ ਹੋਈਆਂ ਐਂਟੀਬਾਡੀਜ਼, ਉਹ ਐਂਟੀਜਨ ਹੈ ਕਿ ਜਿਹੜਾ ਅੰਦਰ ਐਂਟਰ ਕਰ ਰਿਹਾ। तो एंटीबायोटिक ये चीज़ां हैगियां कि फ्यूचर ਦੇ ਵਿੱਚ ਇਹ ਚੀਜ਼ਾਂ ਆਉਣ ਨੂੰ ਤਾਂ ਸਾਲ ਲੱਗੇਗਾ ਪਰ ਅਲਟੀਮੇਟਲੀ ਸਾਨੂੰ ਸਾਡਾ ਜੇ ਇਮਿਊਨ ਸਿਸਟਮ ਸਟਰੋਂਗ ਹੈ ਤਾਂ ਸਾਡੇ ਕੋਲ ਕੋਈ ਵੀ ਬੈਕਟੀਰੀਆ ਵਾਇਰਸ ਸਾਡੇ ਅੰਦਰ ਐਂਟਰ ਨਹੀਂ ਕਰ ਸਕਦਾ, ਸਾਡੇ ਸਰੀਰ ਨੂੰ ਨੁਕਸਾਨ ਨਹੀਂ ਦੇ ਸਕਦਾ। ਤੇ ਹੁਣ ਅਸੀਂ ਦੇਖਾਂਗੇ ਕਿ ਵੀ ਇਮਿਊਨ ਸਿਸਟਮ ਕੀ ਚੀਜ਼ ਹੈਗੀ ਹੈ। ਇਹ ਇਮਿਊਨ ਸਿਸਟਮ ਕੀ ਹੁੰਦਾ, ਨੈਟਵਰਕ ਆਫ ਸੈਲਸ ਹੁੰਦਾ, ਨੈਟਵਰਕ ਆਫ ਸੈਲਸ ਜਿਹਨੂੰ ਆਪਾਂ ਕਹਿੰਦੇ ਆ, ਜਿਵੇਂ ਟਿਸ਼ੂਜ਼ ਹੁੰਦੇ ਆ, ਆਰਗਨਸ ਹੈਗੇ ਆ ਸਾਡੇ, ਇਹ ਸਾਡਾ ਪੂਰਾ ਇੱਕ ਸਿਸਟਮ ਹੈਗਾ ਜਿਹੜਾ ਹੈਗਾ, ਇਹ ਪੂਰਾ ਇਕੱਠਾ ਹੋ ਕੇ ਇਹ ਇੱਕ ਸਿਸਟਮ ਤਿਆਰ ਹੁੰਦਾ ਜਿਹੜਾ ਸਾਡੀ ਬਾਡੀ ਦੀ ਇਨਫੈਕਸ਼ਨ ਦੇ ਅਗੇਂਸਟ ਲੜਦਾ ਤੇ ਸਾਡੀ ਇਨਫੈਕਸ਼ਨ ਨੂੰ ਖਤਮ ਕਰਕੇ ਸਾਨੂੰ ਤੰਦਰੁਸਤ ਰੱਖਣ 'ਚ ਸਹਾਇਕ ਹੁੰਦਾ। ਤੇ ਇਹ ਕੋਈ ਵੀ ਸਾਡੇ ਅੰਦਰ ਜਦੋਂ ਪੈਥੋਜਨ ਜਿਹਨੂੰ ਕਹਿੰਦੇ ਬੈਕਟੀਰੀਆ, ਵਾਇਰਸ ਜਾਂ ਫੰਜਾਈ ਐਂਡ ਪੈਰਾਸਾਈਟ ਐਂਟਰ ਕਰਦੇ ਨਾ, ਇੱਕ ਐਸਾ ਇਨਵਾਇਰਨਮੈਂਟ ਕ੍ਰੀਏਟ ਕਰਦਾ ਉਹਨਾਂ ਨੂੰ ਕਿ ਵੀ ਇਹ ਜੇ ਉਹ ਪਛਾਣਦਾ ਕਿ ਇਹ ਨੁਕਸਾਨ ਦੇਣਗੇ ਬਾਡੀ ਨੂੰ, ਉਹਨੂੰ ਖਤਮ ਕਰਦਾ। ਤੇ ਇਹ ਜਿਹੜੀ ਇਮਿਊਨਿਟੀ ਹੈਗੀ ਆ, ਇਮਿਊਨਿਟੀ ਦੇ ਵਿੱਚ ਜਿਹੜੇ ਇਫੈਕਟਸ ਮੈਂ ਤੁਹਾਨੂੰ ਡਿਸਕਸ ਕਰਨਾ ਚਾਹਾਂਗਾ। ਇਹਦੇ ਵਿੱਚ ਜਿਹੜਾ ਇਮਿਊਨ ਸਿਸਟਮ ਹੈ ਨਾ, ਇਹ ਮਿਲਟਰੀ ਦੀ ਤਰ੍ਹਾਂ ਫੰਕਸ਼ਨ ਕਰਦਾ ਹੈ। ਜਿਵੇਂ ਪਹਿਲਾਂ ਦੱਸਿਆ ਮਿਲਟਰੀ ਹੈ ਇੱਕ ਤਰ੍ਹਾਂ ਇਮਿਊਨ ਸਿਸਟਮ ਸਾਡੀ, ਜਦੋਂ ਵੀ ਦੁਸ਼ਮਣ ਆਏਗਾ ਉਹਨੂੰ ਮਾਰਨ ਦਾ ਕੰਮ ਆ, ਉਹਨੂੰ ਇੰਨਾ ਪਤਾ ਕਿ ਇਹ ਦੁਸ਼ਮਣ ਹੈਗਾ, ਇਹਨੂੰ ਮਾਰਨਾ। ਹੁਣ ਕਈ ਵਾਰੀ ਦੁਸ਼ਮਣ ਇਹ ਜਿਹਾ ਆਉਂਦਾ, ਅਲੋਪ ਹੋ ਕੇ ਦੁਸ਼ਮਣ ਆ ਜਾਂਦਾ, ਜਿਵੇਂ ਉਹਨੂੰ ਪਛਾਣਦਾ ਨਹੀਂ ਇਮਿਊਨ ਸਿਸਟਮ, ਉਦੋਂ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਮਿਲਟਰੀ ਉਹਨੂੰ ਪਛਾਣ ਨਹੀਂ ਪਾ ਰਹੀ। ਜਿਹੜਾ ਅੱਜ ਕੱਲ੍ਹ ਦਾ ਵਾਇਰਸ ਹੈ ਨਾ, ਜਿਹੜਾ ਇਹ ਹੈ, ਜਦੋਂ ਸਾਡੀ ਮਿਲਟਰੀ ਕਮਜ਼ੋਰ ਹੋ ਜਾਂਦੀ ਹੈ ਨਾ, ਮਿਲਟਰੀ ਕੋਲ ਸਪੋਜ਼ ਕਰੋ ਕਿ ਵੀ ਜੇ ਮੈਂ ਸਿੰਪਲ ਕਹਾਂ ਉਹਦੇ ਕੋਲ ਦੂਰਬੀਨ ਨਹੀਂ ਹੈਗੀ, ਜੇ ਤੁਹਾਡੀ ਮਿਲਟਰੀ ਕੋਲ ਦੂਰਬੀਨ ਹੈਗੀ ਹੈ ਉਹਨੂੰ ਕਲੀਅਰ ਦਿਖੂਗਾ ਕਿ ਵੀ ਕੋਈ ਚੀਜ਼ ਆ ਰਹੀ ਹੈ ਤਾਂ ਉਹਨੂੰ ਉਹਦੀ ਖਤਮ ਕਰ ਦਿਓ। ਹੁਣ ਉਹ ਦੂਰਬੀਨ ਕੀ ਹੈ, ਇੱਕ ਇਮਿਊਨਿਟੀ ਦਾ ਪਾਰਟ ਹੈ, ਮਿਲਟਰੀ ਦਾ ਪਾਰਟ ਹੈ। ਤੁਹਾਡੀ ਜੇ ਇਮਿਊਨਿਟੀ ਵੀਕ ਹੈਗੀ ਹੈ ਤਾਂ ਵੀਕ ਇਮਿਊਨਿਟੀ ਤੁਸੀਂ ਆਪ ਕੀਤੀ ਹੈ, ਇਸ ਕਰਕੇ ਦੁਸ਼ਮਣ ਤੁਹਾਡੇ ਅੰਦਰ ਐਂਟਰ ਕਰ ਗਿਆ। ਇਸੇ ਕਰਕੇ ਕਹਿੰਦੇ ਨੇ ਇਮਿਊਨ ਸਿਸਟਮ ਨੂੰ ਸਟਰੋਂਗ ਰੱਖੋ। ਤੁਹਾਡੇ ਕੋਲ ਇਮਿਊਨ ਸਿਸਟਮ ਦੇ ਲਈ ਜੋ ਜੋ ਚੀਜ਼ਾਂ ਚਾਹੀਦੀਆਂ ਸਾਰੀਆਂ ਹੋਣੀਆਂ ਚਾਹੀਦੀਆਂ। ਜਿਵੇਂ ਮਿਲਟਰੀ ਕੋਲ ਟੈਂਕ ਵੀ ਹੋਣਾ ਚਾਹੀਦਾ, ਗਨਸ ਵੀ ਹੋਣੀਆਂ ਚਾਹੀਦੀਆਂ, ਬਾਇਨੋਕੂਲਰਸ ਦੂਰਬੀਨ ਵੀ ਹੋਣੀ ਚਾਹੀਦੀ ਹੈ, ਬੰਬ ਵੀ ਹੋਣੇ ਚਾਹੀਦੇ ਨੇ, ਆਪਾਂ ਕਹਿੰਦੇ ਜਹਾਜ਼ ਵੀ ਹੋਣੇ ਚਾਹੀਦੇ ਨੇ। ਉਹਦੇ ਇੱਕ ਇਮਿਊਨ ਸਿਸਟਮ ਦੇ, ਜਿਵੇਂ ਮਿਲਟਰੀ ਦੇ ਪਾਰਟ ਹੈ ਐਵੇਂ ਇਮਿਊਨ ਸਿਸਟਮ ਦੇ ਪਾਰਟ ਨੇ। ਇਮਿਊਨ ਸਿਸਟਮ ਦੇ ਵਿੱਚ ਤੁਹਾਡੇ ਕੋਲ ਡਿਫਰੈਂਟ ਜਿਹੜੇ ਉਹਨੂੰ ਸਟਰੋਂਗ ਕਰਨ ਲਈ ਤੁਹਾਨੂੰ ਵਿਟਾਮਿਨ ਚਾਹੀਦੇ ਨੇ, ਮਿਨਰਲ ਚਾਹੀਦੇ ਨੇ, ਉਹ ਜਿਹੜੀਆਂ ਚੀਜ਼ਾਂ ਹੋਰ ਐਸੈਂਸ਼ੀਅਲ ਨਿਊਟ੍ਰੀਐਂਟਸ ਚਾਹੀਦੇ ਨੇ, ਤੁਹਾਡੇ ਕੋਲ ਸਾਰੇ ਹੋਣੇ ਚਾਹੀਦੇ ਨੇ ਤਾਂ ਕਿ ਤੁਹਾਡੇ ਕੋਲੋਂ ਜਿਹੜਾ ਇਮਿਊਨ ਸਿਸਟਮ ਸਟਰੋਂਗ ਰਹੇ, ਮਿਲਟਰੀ ਤੁਹਾਡੀ ਸਟਰੋਂਗ ਰਹੇ ਤੇ ਉਹ ਕੋਈ ਵੀ ਦੁਸ਼ਮਣ ਤੁਹਾਡੇ ਅੰਦਰ ਐਂਟਰ ਨਾ ਕਰ ਸਕੇ। ਤੇ ਜਿਹੜੇ ਵੈਕਸੀਨਸ ਹੈ ਬਹੁਤ ਇੰਪੋਰਟੈਂਟ ਪਲੇ ਰੋਲ ਕਰਦੀਆਂ ਉਹਨੂੰ ਐਜੂਕੇਟ ਕਰਨ ਲਈ ਇਮਿਊਨ ਸਿਸਟਮ ਨੂੰ। ਕਹਿਣ ਦਾ ਭਾਵ ਹੈ ਉਹਨੂੰ ਦੂਰਬੀਨ ਦੇ ਕੇ ਪਹਿਲਾਂ ਹੀ ਰੱਖਦੀਆਂ ਨੇ ਕਿ ਆਹ ਲੈ ਫੜ ਦੂਰਬੀਨ, ਸਪੈਸੀਫਿਕ ਇਹ ਦੂਰਬੀਨ ਬਣਾਈ ਗਈ ਹੈ ਕਿ ਵੀ ਇਹ ਲਾਲ ਕੱਪੜੇ ਵਾਲਾ ਬੰਦਾ ਇੱਕ ਐਂਟਰ ਕਰੇਗਾ, ਦੁਸ਼ਮਣ ਹੈ ਤੇਰਾ ਉਹ, ਉਸ ਲਾਲ ਕੱਪੜੇ ਵਾਲੇ ਨੂੰ ਤੂੰ ਉਦੋਂ ਹੀ ਖਤਮ ਕਰ ਦੇਣਾ। ਫਿਰ ਉਹਨੂੰ ਹੋਰ ਦਿੱਤਾ ਜਾਂਦਾ, ਕਦੀ ਵੈਕਸੀਨ ਇੱਕ ਹੋਰ ਦੇ ਦਿੱਤੀ ਜਾਂਦੀ ਦੂਸਰੀ, ਤਾਂ ਇਹਦੇ ਵਿੱਚ ਆ ਪੀਲੇ ਰੰਗ ਦਾ ਜੇ ਕੱਪੜੇ ਵਾਲਾ ਇਹੋ ਜਿਹਾ ਬੰਦਾ ਆਵੇ ਨਾ, ਇਹੋ ਜਿਹੀ ਸ਼ੇਪ ਦਾ, ਤਾਂ ਇਹ ਇਸ ਬੰਦੇ ਨੂੰ ਖਤਮ ਕਰਨਾ। ਇਹਦਾ ਮਤਲਬ ਉਹਦੇ ਕੋਲ ਮਿਲਟਰੀ ਕੋਲ ਇਮਿਊਨ ਸਿਸਟਮ ਕੋਲ ਪਹਿਲਾਂ ਹੀ ਉਹਦੀ ਮੈਮਰੀ ਦੇ ਵਿੱਚ ਪਿਆ ਕਿ ਵੀ ਇਦਾਂ ਕਰਕੇ ਕੋਈ ਦੁਸ਼ਮਣ ਆਊਗਾ ਤੇ ਉਸ ਦੁਸ਼ਮਣ ਨੂੰ ਮੈਂ ਖਤਮ ਕਰਨਾ। ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਅਸੀਂ ਲੱਖਾਂ ਸਾਡੇ ਅੰਦਰ ਜਰਮ ਐਂਟਰ ਕਰਦੇ ਨੇ, ਸਾਰੇ ਮਾੜੇ ਨਹੀਂ ਹੁੰਦੇ, ਸਾਡੇ ਬੈਕਟੀਰੀਆ ਕੀ ਬੈਨੀਫੀਸ਼ੀਅਲ ਵੀ ਹੁੰਦੇ ਨੇ। ਤੇ ਆਪਾਂ ਉਹ ਜਿਹੜੇ ਦੁਸ਼ਮਣ ਜਿਹੜੇ ਹੁੰਦੇ ਨੇ, ਜਿਹੜੇ ਮਾੜੇ ਹੁੰਦੇ ਨੇ, ਉਹਨਾਂ ਨੂੰ ਸਾਡਾ ਇਮਿਊਨ ਸਿਸਟਮ ਆਪ ਮਾਰਦਾ। ਜਿਹੜਾ ਆਪਾਂ ਸਟ੍ਰੈਸ ਲੈਂਦੇ ਆ ਜ਼ਿਆਦਾ, ਉਹ ਵੀ ਇਮਿਊਨ ਸਿਸਟਮ ਨੂੰ ਸਾਡੇ ਵੀਕ ਕਰਦੇ। ਸਟ੍ਰੈਸ ਨਹੀਂ ਲੈਣਾ ਚਾਹੀਦਾ ਜ਼ਿਆਦਾ। ਟੀਵੀ ਜ਼ਿਆਦਾ ਦੇਖਦੇ ਰਹਿੰਦੇ ਹੋ, ਇੰਨੇ ਲੋਕ ਉੱਥੇ ਮਰ ਗਏ, ਇੰਨੇ ਇੱਥੇ ਮਰ ਗਏ। ਉਹ ਜਿਹੜੇ ਲੋਕ ਮਰ ਰਹੇ ਨੇ ਉਹਨਾਂ ਦਾ ਇਮਿਊਨ ਸਿਸਟਮ ਵੀਕ ਹੈਗਾ, ਉਹਨਾਂ ਨੇ ਇਮਿਊਨ ਸਿਸਟਮ ਨੂੰ ਆਪਣਾ ਕਦੇ ਧਿਆਨ ਨਹੀਂ ਦਿੱਤਾ। ਇਹ ਰੀਜ਼ਨ ਆ ਉਹਨਾਂ ਦਾ ਮਰਨ ਦਾ। ਉਹਨਾਂ ਨੂੰ ਮਲਟੀਪਲ ਜਿਹੜੀਆਂ ਪ੍ਰੋਬਲਮ, ਜਿਹੜੀਆਂ ਪਹਿਲਾਂ ਵੀ ਡਿਸਕਸ ਕੀਤੀਆਂ ਮੈਂ, ਸ਼ੂਗਰ ਹੋ ਗਈ, ਕਿਸੇ ਕੋਲ ਦਿਲ ਦੀ ਪ੍ਰੋਬਲਮਸ ਹੈ, ਕਿਸੇ ਨੂੰ ਸਾਹ ਦੀ ਪ੍ਰੋਬਲਮ ਹੈ, ਉਹਨਾਂ ਤੇ ਜੇ ਵਾਇਰਸ ਅਟੈਕ ਕਰਦੇ ਨੇ ਜਾ ਕੇ ਤਾਂ ਉਹਨਾਂ ਨੂੰ ਜ਼ਿਆਦਾ ਨੁਕਸਾਨ ਦੇ ਕੇ ਜਾਂਦੇ ਨੇ। ਜਿਹੜੇ ਪੋਜ਼ਿਟਿਵ ਚੜ੍ਹਦੀ ਕਲਾ ਰੱਖੋ,
ਕੁਛ ਨਹੀਂ ਹੋਇਆ, ਸਭ ਕੁਝ ਠੀਕ ਹੋ ਜਾਊਗਾ। ਜੇ ਆਪਾਂ ਸਾਡੀ ਖੁਰਾਕ ਚੰਗੀ ਆ, ਸਾਡੀ ਚੜ੍ਹਦੀ ਕਲਾ 'ਚ ਹੈ, ਤੇ ਸਾਡੀ ਇਮਿਊਨਿਟੀ ਅੰਦਰ ਦੀ ਫੌਜ ਨੂੰ ਹੋਰ ਤਿਆਰ ਕਰ ਦਿੰਦੀ ਹੈ, ਕੋਈ ਬੈਕਟੀਰੀਆ ਵਾਇਰਸ ਸਾਡਾ ਕੁਝ ਨਹੀਂ ਵਿਗਾੜ ਸਕਦਾ। ਘੱਟ ਸੌਣਾ ਵੀ ਤੁਹਾਡੀ ਇਮਿਊਨਿਟੀ ਨੂੰ ਨੁਕਸਾਨ ਦਿੰਦਾ, ਇਸ ਕਰਕੇ ਪ੍ਰੋਪਰ 7 ਤੋਂ 8 ਘੰਟੇ ਦਿਨ 'ਚ ਸੌਣਾ ਚਾਹੀਦਾ। ਉਸ ਤੋਂ ਬਾਅਦ ਆਪਾਂ ਕਹਿੰਦੇ ਆ ਕਿ ਵੀ ਜਿਹੜਾ ਇਮਿਊਨ ਸਿਸਟਮ ਕਈ ਵਾਰੀ ਓਵਰ ਐਕਟਿਵ ਹੋ ਜਾਂਦਾ ਸਾਡਾ, ਉਹ ਆਪ ਹੀ ਅਟੈਕ ਕਰ ਦਿੰਦਾ, ਤੇ ਜਨਾਨੀਆਂ ਦੇ ਵਿੱਚ ਪ੍ਰੋਬਲਮ ਆਟੋਇਮਿਊਨ ਡਿਜ਼ੀਜ਼ ਦੀ ਜ਼ਿਆਦਾ ਪਾਈ ਜਾਂਦੀ ਹੈ। ਤੇ ਜ਼ਿਆਦਾ ਸਾਫ਼ ਸੁਥਰੇ ਰਹਿਣਾ, ਜਿਵੇਂ ਆਪਾਂ ਕਹਿੰਦੇ ਆਪਣੇ ਬੱਚਿਆਂ ਨੂੰ ਮਿੱਟੀ 'ਚ ਨਹੀਂ ਖੇਲਣ ਦੇਣਾ, ਠੀਕ ਹੈ ਨਾ, ਤੁਸੀਂ ਸੁਣਾ ਨਾ ਮਿੱਟੀ 'ਚ ਨਹੀਂ ਖੇਲਣ ਦਿਓ, ਬੜਾ ਹੁੰਦਾ ਕਿ ਵੀ ਤੁਸੀਂ ਬਾਹਰੋਂ ਨਹੀਂ ਖਾਣਾ ਜ਼ਿਆਦਾ। ਇਹ ਜਿਹੜੀ ਜ਼ਿਆਦਾ ਸਫਾਈ ਹੈ ਨਾ, ਇਹ ਵੀ ਸਾਡੇ ਇਮਿਊਨ ਸਿਸਟਮ ਨੂੰ ਸਟਰੋਂਗ ਕਰਦੀ ਹੈ, ਕਿਉਂਕਿ ਜਦੋਂ ਆਪਾਂ ਕੋਈ ਵੀ ਚੀਜ਼ ਆਪਾਂ ਮਿੱਟੀ 'ਚ ਖੇਲਦੇ ਹਾਂ, ਸਾਡੇ ਅੰਦਰ ਬੈਕਟੀਰੀਆ ਵਾਇਰਸ ਐਂਟਰ ਕਰਦੇ ਨੇ, ਸਾਡੀ ਬੋਡੀ ਉਹਨੂੰ ਇਮਿਊਨ ਸਿਸਟਮ ਨੂੰ ਰਿਕੋਗਨਾਈਜ਼ ਕਰਦਾ ਤੇ ਉਹਦੇ ਅਗੇਂਸਟ ਐਂਟੀਬੋਡੀਜ਼ ਤਿਆਰ ਕਰਦਾ। ਜਦੋਂ ਦੁਬਾਰਾ ਉਹ ਸੇਮ ਚੀਜ਼ ਆਉਂਦੀ ਹੈ ਤਾਂ ਸਾਡਾ ਇਮਿਊਨ ਸਿਸਟਮ ਹੋਰ ਸਟਰੋਂਗ ਹਮਲਾ ਕਰਦਾ ਉਹਨੂੰ ਜਲਦੀ ਖਤਮ ਕਰਨ। ਪਰ ਜਿਹੜਾ ਬੰਦਾ ਸਵਸਥ ਰਹਿੰਦਾ ਹੈ, ਜਿਹਨੇ ਪਾਣੀ ਉਹ ਸਾਫ਼ ਪੀਣਾ, ਜਿਵੇਂ ਫੋਰਨ ਦੇ ਲੋਕ ਕਹਿ ਲਓ, ਸਾਡੇ ਪੰਜਾਬ 'ਚ ਆਉਂਦੇ ਨੇ, ਪਾਣੀ ਪੀਂਦੇ ਨੇ, ਉਹਨਾਂ ਨੂੰ ਲੂਜ਼ ਮੋਸ਼ਨਸ ਤੇ ਡਾਇਰੀਆ ਹੋ ਜਾਂਦਾ, ਜਾਂ ਉਲਟੀਆਂ ਲੱਗ ਜਾਂਦੀਆਂ, ਵੋਮਿਟਸ ਲੱਗ ਜਾਂਦੀਆਂ ਨੇ, ਉਹਨਾਂ ਦਾ ਇਮਿਊਨ ਸਿਸਟਮ ਵੀਕ ਹੋ ਗਿਆ ਹੁੰਦਾ। ਦੂਜੀ ਗੱਲ, ਉਹ ਜੰਕ ਫੂਡ ਖਾਂਦੇ ਨੇ, ਕੌਫੀ ਪੀਂਦੇ ਨੇ, ਠੀਕ ਹੈ, ਸ਼ਰਾਬ ਪੀਂਦੇ ਨੇ। ਆ ਤਿੰਨੋਂ ਚੀਜ਼ਾਂ, ਜੰਕ ਫੂਡ, ਕੌਫੀ, ਸ਼ਰਾਬ, ਤੁਹਾਡੇ ਇਮਿਊਨ ਸਿਸਟਮ ਨੂੰ ਵੀਕ ਕਰਦੀਆਂ ਨੇ। ਤੇ ਜਦੋਂ ਤੁਸੀਂ ਆਪਣੇ ਅੰਦਰ ਦੀ ਫੌਜੀ ਨੂੰ, ਫੌਜ ਹੈ ਜਿਹੜੀ ਇਮਿਊਨ ਸਿਸਟਮ ਅੰਦਰ ਦਾ ਡਾਕਟਰ, ਉਹਨੂੰ ਜੇ ਤੁਸੀਂ ਕਮਜ਼ੋਰ ਕਰਤਾ, ਤਾਂ ਇਸੇ ਕਰਕੇ ਤੁਹਾਨੂੰ ਬਿਮਾਰੀਆਂ ਜਲਦੀ ਵੀ ਲੱਗਣਗੀਆਂ, ਤੇ ਜੇ ਬਿਮਾਰੀ ਲੱਗ ਗਈ ਤਾਂ ਤੁਸੀਂ ਉਹਦੇ ਨਾਲ ਲੜ ਨਹੀਂ ਸਕੋਗੇ। ਤਾਂ ਵੀ ਇਹ ਵੀ ਇੱਕ ਰੀਜ਼ਨ ਕਈ ਰਿਸਰਚ ਪੇਪਰ ਦੇ ਵਿੱਚ ਆਇਆ ਕਿ ਵੀ ਜਿਹੜੀਆਂ ਅਮਰੀਕਾ ਦੇ ਵਿੱਚ ਜਾਂ ਇਟਲੀ ਦੇ ਵਿੱਚ ਜ਼ਿਆਦਾ ਮੌਤਾਂ ਹੋਈਆਂ ਨੇ ਉੱਥੇ ਕਰੋਨਾ ਵਾਇਰਸ ਕਰਕੇ, ਉਹ ਉਹਨਾਂ ਦੇ ਲੋਕਾਂ ਦਾ ਜਾਂ ਤਾਂ ਉਹਨਾਂ ਦੇ ਕੋਈ ਕਰੋਨਿਕ ਡਿਜ਼ੀਜ਼ ਜਿਵੇਂ ਪਹਿਲਾਂ ਤੋਂ ਬਿਮਾਰੀਆਂ ਸੀ ਉਹਨਾਂ ਦੀਆਂ ਹੋਈਆਂ ਨੇ, ਪਲੱਸ ਜਿਹੜਾ ਉਹਨਾਂ ਦਾ ਇਮਿਊਨ ਸਿਸਟਮ ਸਟਰੋਂਗ ਸੀਗਾ। ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਜਿਹੜੇ ਬਾਹਰਲੇ ਲੋਕ ਨੇ ਜ਼ਿਆਦਾ ਜੰਕ ਫੂਡ, ਸ਼ਰਾਬ ਤੇ ਕਾਫੀ ਬਹੁਤ ਪੀਂਦੇ। ਸਾਡਾ ਇੰਡੀਅਨ ਸਿਸਟਮ ਬਹੁਤ ਸਟਰੋਂਗ ਹੈ, ਵਧੀਆ, ਅਸੀਂ ਦੇਸੀ ਘਿਓ ਖਾਂਦੇ ਆ, ਠੀਕ ਹੈ ਨਾ, ਦੇਸੀ ਘਿਓ ਖਾਂਦੇ ਆ, ਵਧੀਆ ਕਣਕ, ਦਾਲਾਂ, ਸਬਜ਼ੀਆਂ, ਫਲ ਅਸੀਂ ਖਾਂਦੇ ਆ, ਅਸੀਂ ਇਮਿਊਨ ਸਿਸਟਮ ਨੂੰ ਸਟਰੋਂਗ ਕਰਦੇ ਹਾਂ। ਪਰ ਜਿਹੜੇ ਅੱਜ ਕੱਲ੍ਹ ਸਬਜ਼ੀਆਂ, ਫਲ ਵੀ ਜਾਂ ਦਾਲਾਂ ਹੈਗੀਆਂ ਨੇ, ਜਾਂ ਜਦੋਂ ਆਪਾਂ ਕਹਿੰਦਾ ਅਸੀਂ ਗ੍ਰੇਨਸ ਲੈਂਦੇ ਆ, ਇਹਨਾਂ ਵਿੱਚ ਅੱਜ ਕੱਲ੍ਹ ਪੈਸਟੀਸਾਈਡ, ਹਰਬੀਸਾਈਡ ਬੜਾ ਯੂਜ਼ ਹੋ ਰਿਹਾ, ਜਿਹੜਾ ਸਾਡਾ ਇਮਿਊਨ ਸਿਸਟਮ ਨੂੰ ਵੀਕ ਕਰ ਦਿੰਦਾ। ਇਮਿਊਨ ਸਿਸਟਮ ਨੂੰ ਸਟਰੋਂਗ ਕਰਨ ਲਈ ਨਿਊਟ੍ਰੀਐਂਟਸ ਚਾਹੀਦੇ ਨੇ, ਤੇ ਬਹੁਤ ਜ਼ਿਆਦਾ ਜਿਹੜੇ ਨਿਊਟ੍ਰੀਐਂਟਸ ਹੈਗੇ ਨੇ ਅੱਜ ਕੱਲ੍ਹ ਕਈ ਮਿਸ ਹੈਗੇ ਨੇ ਇਹਨਾਂ ਚੀਜ਼ਾਂ ਦੇ ਵਿੱਚੋਂ ਜਿਹੜੀਆਂ ਅਸੀਂ ਖਾਂਦੇ ਹਾਂ। ਤੇ ਇਹਦੇ ਵਿੱਚ ਹੁਣ ਸਾਡੇ ਐਕਵਾਇਰਡ ਇਮਿਊਨਿਟੀ ਹੁੰਦੀ, ਜਿਹੜੀ ਐਕਵਾਇਰਡ ਇਮਿਊਨਿਟੀ ਆਪਾਂ ਗੱਲ ਕਰਦੇ ਹਾਂ, ਉਹਦੇ ਵਿੱਚ ਦੋ ਤਰ੍ਹਾਂ ਦੀ ਹੁੰਦੀ ਹੈ। ਇਮਿਊਨਿਟੀ ਦੈਟ ਡਿਵੈਲਪ ਡਿਊਰਿੰਗ ਯੂਅਰ ਲਾਈਫ ਟਾਈਮ, ਜੋ ਅਸੀਂ ਚੀਜ਼ਾਂ ਖਾਂਦੇ ਹਾਂ ਨਾ, ਸਾਡਾ ਅੰਦਰ ਦੀ ਫੌਜ ਐਕਵਾਇਰਡ ਇਨੇਟ ਹੁੰਦੀ ਹੈ, ਜਿਹੜੀ ਅਸੀਂ ਮਾਂ ਤੋਂ ਲੈ ਕੇ ਪੈਦਾ ਹੁੰਦੇ ਹਾਂ, ਠੀਕ ਹੈ ਨਾ, ਜਿਵੇਂ ਆਪਾਂ ਮਾਂ ਦੇ ਦੁੱਧ ਤੋਂ ਲਈ ਹੈ ਨਾ, ਨੈਚੁਰਲ ਜਿਹੜੀ ਪਹਿਲਾਂ ਆਈ ਸੀਗੀ, ਉਹ ਸਾਡੀ ਇਨੇਟ ਹੁੰਦੀ ਹੈ। ਐਕਵਾਇਰਡ ਹੁੰਦੀ ਜਿਹੜੀ ਅਸੀਂ ਬਾਹਰੋਂ ਲੈਂਦੇ ਹਾਂ। ਸਾਡੀ ਐਕਵਾਇਰਡ ਇਮਿਊਨਿਟੀ ਤੇ ਆਪਾਂ ਧਿਆਨ ਰੱਖਾਂਗੇ। ਆਈ ਜਿਵੇਂ ਐਕਟਿਵ ਇਮਿਊਨਿਟੀ ਹੁੰਦੀ, ਇੱਕ ਪੈਸਿਵ ਹੁੰਦੀ ਹੈ। ਐਕਟਿਵ ਦੇ ਵਿੱਚ ਹੁੰਦੀ ਹੈ ਕੋਈ ਤੁਹਾਡਾ ਕੋਈ ਅੰਦਰ ਵਾਇਰਸ ਆ ਜਾਂਦਾ, ਤੁਹਾਡਾ ਇਮਿਊਨ ਸਿਸਟਮ ਐਂਟੀਬਾਡੀ ਪ੍ਰੋਡਿਊਸ ਕਰਦਾ, ਉਹਨੂੰ ਫੌਜ ਭੇਜਦਾ, ਉਹਨੂੰ ਮਾਰ ਦਿੰਦਾ, ਖਤਮ ਕਰ ਦਿੰਦਾ, ਤਾਂ ਉਹ ਨੈਚੁਰਲ ਹੋ ਗਈ। ਆਰਟੀਫਿਸ਼ਲ ਹੋ ਗਈ ਹੈ, ਅਸੀਂ ਬਾਹਰੋਂ ਦੀ ਇੰਜੈਕਸ਼ਨ ਦੇ ਕੇ, ਜਿਹੜੇ ਡਾਕਟਰਸ ਲਾ ਦਿੰਦੇ ਨੇ, ਐਂਟੀਬਾਇਓਟਿਕਸ ਇੰਜੈਕਟ ਕਰ ਦਿੰਦੇ ਨੇ ਇੱਕ ਸਪੈਸੀਫਿਕ ਡਿਜ਼ੀਜ਼ ਨੂੰ ਖਤਮ ਕਰਨ ਲਈ, ਠੀਕ ਹੈ ਨਾ, ਉਹ ਅਸੀਂ ਤਰੀਕਾ ਹੈਗਾ। ਅਕਵਾਇਰਡ ਜਿਹੜੀ ਚੀਜ਼ਾਂ, ਆਪਾਂ ਜਿਹੜੀ ਚੀਜ਼ਾਂ ਮਾਂ ਤੋਂ ਕੁਛ ਲੈ ਕੇ ਆਏ, ਜਿਹਨੂੰ ਆਪਾਂ ਇਨੇਟ ਇਮਿਊਨਿਟੀ ਕਹਿੰਦੇ ਆ। ਆਰਟੀਫਿਸ਼ਲ ਜਿਹੜੀ ਆਪਾਂ ਖੁਰਾਕ ਤੋਂ ਸਾਨੂੰ ਨਿਊਟ੍ਰੀਐਂਟਸ ਚਾਹੀਦੇ ਨੇ ਇਮਿਊਨਿਟੀ ਸਟਰੋਂਗ ਕਰਨ ਲਈ, ਸਾਨੂੰ ਨਿਊਟ੍ਰੀਐਂਟਸ ਦੀ ਬਹੁਤ ਲੋੜ ਹੈ। ਹੁਣ ਬੋਡੀ ਦਾ ਡਿਫੈਂਸ ਸਿਸਟਮ ਕਿਸ ਤਰ੍ਹਾਂ ਕੰਮ ਕਰਦਾ, ਇਮਿਊਨਿਟੀ ਕਿਸ ਤਰ੍ਹਾਂ ਕੰਮ ਕਰਦੀ ਹੈ। ਪਹਿਲਾਂ ਤਾਂ ਸਾਡੀ ਜਿਹੜੀ ਸਕਿਨ ਹੈ, ਸਾਡਾ ਉੱਪਰਲਾ ਜਿਹੜਾ ਮਾਸ ਹੈ, ਇਹੀ ਸਾਡੀ ਇੱਕ ਹੈਗੀ ਆ, ਉਹ ਸਾਡੇ ਅੰਦਰ ਕਈ ਚੀਜ਼ਾਂ ਨੂੰ ਐਂਟਰ ਨਹੀਂ ਕਰਨ ਦਿੰਦਾ। ਰੱਬ ਨੇ ਇੱਕ ਕਵਰਿੰਗ ਬਣਾਈ ਹੋਈ ਹੈ ਸਾਡੇ ਸਰੀਰ ਤੇ, ਉਹ ਫਿਜ਼ੀਕਲ ਬੈਰੀਅਰ ਹੈ, ਉਹ ਸਾਡੇ ਅੰਦਰ ਕੋਈ ਵੀ ਚੀਜ਼ ਵੜਨ ਤੋਂ ਰੋਕਦਾ ਹੈ, ਜਿਹਨੂੰ ਆਪਾਂ ਐਂਟੀਜਨ ਕਹਿੰਦੇ ਆ। ਕੋਈ ਵੀ ਸਾਡੇ ਅੰਦਰ ਵਾਇਰਸ, ਬੈਕਟੀਰੀਆ, ਉਹ ਐਂਟੀਜਨ ਹੁੰਦਾ, ਜਿਹੜੇ ਅੰਦਰੋਂ ਸਰੀਰ ਚੋਂ ਸਾਡਾ ਡਿਫੈਂਸ ਸਿਸਟਮ ਉਹਨੂੰ ਮਾਰਨ ਦੀ ਚੀਜ਼ ਪੈਦਾ, ਉਹ ਐਂਟੀਬਾਇਓਟਿਕਸ ਕਹਿੰਦੇ ਆ ਉਹਨੂੰ, ਠੀਕ ਹੈ ਨਾ। ਉਹ ਐਂਟੀਜਨ ਜਦੋਂ ਅੰਦਰ ਕਰਦਾ ਸਕਿਨ ਮੂਵ ਕਰੇ, ਫਿਰ ਵੀ ਕਈ ਵਾਰੀ ਸਾਡੀ ਸਕਿਨ ਦੇ ਉੱਪਰ ਪਿਆ ਉਹ ਵੀ ਐਂਟਰ ਕਰ ਦਿੰਦਾ। ਜਿਹੜੀ ਸਾਡੇ ਸਕਿਨ ਦੇ ਉੱਪਰ ਵੀ ਸਾਨੂੰ ਦਿਖਦੀਆਂ ਨਹੀਂ ਆ, ਸਾਨੂੰ ਅਗਰ ਜੇ ਦੂਰਬੀਨ ਦੇਖੋ, ਮੋਰੀਆਂ ਹੁੰਦੀਆਂ ਨੇ ਬਰੀਕ ਬਰੀਕ, ਉਹਦੇ ਵਿੱਚ ਨਾ ਪੋਰਸ ਹੁੰਦੀਆਂ ਨੇ, ਜਿੱਥੋਂ ਐਂਟਰ ਕਰਦਾ ਉਹ, ਠੀਕ ਹੈ ਨਾ। ਕਈ ਵਾਰੀ ਆਪਾਂ ਦੇਖਦੇ ਨਾ ਸਾਡੇ ਸਾਨੂੰ ਪਸੀਨਾ ਕਿੱਥੋਂ ਆਉਂਦਾ, ਪਾਣੀ ਕਿੱਥੋਂ ਆ ਗਿਆ ਸਕਿਨ ਦੇ ਉੱਪਰ, ਉਹ ਪੋਰਸ ਹੁੰਦੀ ਆ, ਬਾਹਰ ਨਿਕਲਦਾ, ਉਹਦੇ ਚੋਂ ਟੌਕਸਿਨਸ ਬਾਹਰ ਨਿਕਲਦੇ ਨੇ। ਜਿਵੇਂ ਟੌਕਸਿਨਸ ਬਾਹਰ ਨਿਕਲਦੇ ਨੇ, ਟੌਕਸਿਨ ਅੰਦਰ ਵੀ ਐਂਟਰ ਕਰਦੇ ਨੇ ਉੱਥੇ। ਉਹ ਜੇ ਵੜ ਗਿਆ ਸਕਿਨ ਚੋਂ, ਫਿਰ ਦੂਜਾ ਫਿਰ ਸਾਡਾ ਬੋਡੀ ਦਾ ਹੁੰਦਾ ਕਿ ਵੀ ਉਹਨੂੰ ਪਤਾ ਲੱਗ ਗਿਆ ਕਿ ਕੋਈ ਚੀਜ਼ ਵੜ ਗਈ, ਐਂਟੀਜਨ ਦੁਸ਼ਮਣ ਵੜ ਗਿਆ ਅੰਦਰ। ਫਿਰ ਉਹ ਬੋਡੀ ਦੇ ਵਿੱਚ ਕੀ ਹੁੰਦਾ, ਹੀਟ ਸਵੈਲਿੰਗ, ਮੱਛਰ ਜਿਵੇਂ ਕੱਟ ਜਾਵੇ, ਉਹ ਕੱਟ ਕੇ ਉਹਨੇ ਦੰਦੀ ਤਾਂ ਵੜਦੀ ਮੱਛਰ ਨੇ, ਜਦੋਂ ਉੱਥੇ ਤੁਸੀਂ ਦੇਖੋ ਖਾਜ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ, ਲਾਲ ਲਾਲ ਵੀ ਹੋ ਜਾਂਦਾ, ਪੇਨ ਵੀ ਕਈ ਵਾਰੀ, ਦਰਦ ਵੀ ਹੋਣ ਲੱਗ ਜਾਂਦੀ, ਕਈ ਵਾਰੀ ਤੁਹਾਨੂੰ ਦਿਖੇਗਾ ਤਾਂ ਫੜ ਜਾ ਪੈ ਜਾਂਦਾ। ਤਾਂ ਉਹ ਬੋਡੀ ਦਾ ਸਿਸਟਮ ਹੁੰਦਾ, ਇਮਿਊਨ ਸਿਸਟਮ ਕਹਿੰਦਾ ਕਿ ਕੋਈ ਚੀਜ਼ ਬਾਹਰੋਂ ਬੜੀ ਹੈ, ਜਾ ਕੇ ਚੈੱਕ ਕਰ, ਜੇ ਮਾੜੀ ਇਹਨੂੰ ਖਤਮ ਕਰ ਦੇ, ਠੀਕ ਹੈ ਨਾ। ਜਿਵੇਂ ਆਪਾਂ ਗੱਲ ਕਰੀਏ, ਜੇ ਆਪਾਂ ਕੋਈ ਕਰੀਮ ਲਾ ਲਈ, ਜੇ ਉਹ ਚੰਗੀ ਹੈਗੀ, ਬੋਡੀ ਦੇ ਅੰਦਰ ਐਂਟਰ ਕੀਤੀ, ਤਾਂ ਉਹਨੂੰ ਇਮਿਊਨ ਸਿਸਟਮ ਖਰਾਬ ਨਹੀਂ ਕਰਦਾ। ਉਹ ਕਹਿੰਦਾ ਵਧੀਆ ਚੀਜ਼ ਐਂਟਰ ਕੀਤੀ, ਚਾਹੇ ਸਕਿਨ ਦੇ ਥਰੂ ਕੀਤੀ ਹੈ, ਇਹ ਵਧੀਆ ਚੀਜ਼ ਹੈ। ਆਪਾਂ ਨੇ ਹਲਦੀ ਲਾਈ ਸੀ, ਹਲਦੀ ਐਂਟਰ ਕਰ ਗਈ ਸਕਿਨ ਦੇ ਅੰਦਰ,
ਹਲਦੀ ਇਮਿਊਨਿਟੀ ਲਈ ਵਧੀਆ ਹੁੰਦੀ ਹੈ, ਸਕਿਨ ਦੇ ਅੰਦਰ ਵੀ ਤਾਂ ਅਬਜ਼ੌਰਬ ਕਰੇਗੀ। ਜੇ ਆਪਾਂ ਹਲਦੀ ਸਕਿਨ ਦੇ ਉੱਪਰ ਲਾਵਾਂਗੇ ਜਾਂ ਆਪਾਂ ਨਿੰਮ ਦੇ ਪਾਣੀ ਦੇ ਵਿੱਚ ਪੈਰ ਭਿਓ ਕੇ ਰੱਖ ਲਾਂਗੇ ਤੇ ਉਹਦੇ ਵਿੱਚੋਂ ਨਿੰਮ ਦੇ ਮੋਲੀਕੂਲ ਅੰਦਰ ਜਾਣਗੇ, ਉਹ ਸਰੀਰ ਉਹਨੂੰ ਮਾੜੀ ਨਹੀਂ ਕਹਿੰਦਾ, ਉੱਥੇ ਉਹ ਕਹਿੰਦਾ ਕਿ ਵੀ ਨਹੀਂ ਇਹ ਠੀਕ ਹੈ, ਇਹ ਸਰੀਰ ਨੂੰ ਇਮਿਊਨਿਟੀ ਲਈ ਵਧੀਆ, ਬਲੱਡ ਦੇ ਵਿੱਚ ਜਦੋਂ ਜਾਂਦੀਆਂ ਨੇ ਅਬਜ਼ੌਰਬ ਕਰ ਲੈਂਦਾ ਉਹ। ਲੇਕਿਨ ਜਦੋਂ ਬਾਹਰੋਂ ਚੀਜ਼ ਕੋਈ ਐਂਟਰ ਕਰਦੀ ਜਿਹੜੀ ਮਾੜੀ ਹੁੰਦੀ ਹੈ, ਇਮਿਊਨ ਸਿਸਟਮ ਨੂੰ ਪਤਾ ਹੁੰਦਾ ਕਿ ਵੀ ਇਹ ਜ਼ਹਿਰੀਲੀ ਚੀਜ਼ ਆਈ ਆ, ਇਹਨੂੰ ਖਤਮ ਕਰਨਾ ਬਣਦਾ। ਜਦੋਂ ਦੂਜਾ ਵੀ ਹੋ ਜਾਏ ਫਿਰ ਤੀਜਾ ਸਿਸਟਮ ਹੋ ਜਾਂਦਾ, ਆਪਣੇ ਐਂਟੀਜਨ ਅੰਦਰ ਵੜ ਗਿਆ, ਪਹਿਲਾ ਰਿਸਪੌਂਸ ਦਿੱਤਾ ਉਹਨੇ, ਰੈਡਨੈਸ ਆ ਗਈ, ਪੇਨ ਆ ਗਈ, ਉਹ ਫਿਰ ਵੀ ਆਪਾਂ ਕਿਉਂ ਮਲਦੇ ਆ, ਨਹੀਂ ਜਾਂਦਾ, ਫਿਰ ਉਹ ਅੰਦਰ ਵੜ ਜਾਂਦਾ, ਹੋਰ ਜੋ ਨੀਚੇ ਜਾਂਦਾ ਤਾਂ ਤੀਜੀ ਜਿਹੜਾ ਸਾਡਾ ਸਿਸਟਮ ਹੈ ਉਹ ਸਟਾਰਟ ਹੁੰਦਾ ਡਿਫੈਂਸ ਦਾ, ਉਹ ਸਪੈਸੀਫਿਕ ਡਿਫੈਂਸ ਇਮਿਊਨ ਸਿਸਟਮ, ਜਿਹਦੇ ਵਿੱਚ ਆਪਾਂ ਕਹਿੰਦੇ ਆ ਕਿ ਨੈਚੁਰਲ ਕੀ ਸੈਲਸ, ਫੈਗੋਸਾਈਟ, ਅੰਦਰੋਂ ਲਿਕੋਸਾਈਟ ਜਿਹੜੇ ਹੁੰਦੇ ਸਾਡੇ ਅੰਦਰੋਂ, ਉਹ ਹੁਣ ਸਮਝ ਲਓ ਕਿ ਤਰ੍ਹਾਂ ਜਿਵੇਂ ਆਪਾਂ ਮਿਲਟਰੀ ਬੰਬ ਸੁੱਟਣ ਲੱਗਦੀ ਹੈ ਨਾ, ਬੰਬ ਸੁੱਟਦੀ ਆ, ਫਾਇਰਿੰਗ ਕਰਦੀ ਹੈ, ਬੜੇ ਲਾਰਜ ਸਕੇਲ ਤੇ ਅੰਦਰ ਯੁੱਧ ਚੱਲਦਾ। ਹੁਣ ਉਹ ਯੁੱਧ ਦੇ ਵਿੱਚ ਵੀ ਜੇ ਬਾਹਰੋਂ ਦੀ ਜਿਹੜੀ ਚੀਜ਼ ਐਂਟਰ ਕੀਤੀ ਹੈ, ਜੇ ਉਧਰ ਦੀ ਫੌਜ ਨੂੰ ਮਾਰ ਨਾ ਸਕੇ ਤਾਂ ਸਾਨੂੰ ਉਹ ਬਿਮਾਰੀ ਸਾਨੂੰ ਓਵਰਟੇਕ ਕਰ ਜਾਂਦੀ, ਅਸੀਂ ਬਿਮਾਰ ਹੋ ਜਾਂਦੇ ਹਾਂ। ਸਾਨੂੰ ਇਹ ਸਪੈਸੀਫਿਕਲੀ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਵੀ ਹਸਪੀਟਲ ਜਾਣ ਦੀ ਲੋੜ ਪੈਂਦੀ ਹੈ, ਡਾਕਟਰਾਂ ਦੀ ਲੋੜ ਪੈਂਦੀ ਹੈ। ਤੇ ਅਗਰ ਸਾਡਾ ਇਹ ਸਾਰੀ ਸਿਸਟਮ, ਸਾਡੇ ਕੋਲ ਇਹੋ ਜਿਹਾ ਸਿਸਟਮ ਹੋਵੇ ਕਿ ਸਾਡੇ ਅੰਦਰ ਬੈਕਟੀਰੀਆ ਵਾਇਰਸ ਐਂਟਰ ਹੀ ਨਾ ਕਰਨ, ਅਸੀਂ ਉਹ ਬਿਮਾਰ ਹੋਈਏ ਹੀ ਨਾ, ਇਹੋ ਜਿਹਾ ਸਿਸਟਮ ਕਿਉਂ ਨਾ ਸੋਚੀਏ, ਉਹਦੇ ਬਾਰੇ ਡਿਸਕਸ ਕਰਾਂਗੇ। ਵਿਟਾਮਿਨ ਦੇ ਉੱਪਰ ਇੱਕ ਮੈਨੂੰ ਰਿਸਰਚ ਇੱਕ ਲੱਭੀ, ਉਹ ਜਿਹੜਾ ਵਿਟਾਮਿਨ ਇਫੈਕਟ ਔਨ ਦਾ ਇਮਿਊਨ ਸਿਸਟਮ, ਜਿਹੜੇ ਵਿਟਾਮਿਨ ਹੈ ਨਾ ਬੜਾ ਵੱਡਾ ਰੋਲ ਹੈਗਾ ਤੁਹਾਡੇ ਜਿਹੜਾ ਇਮਿਊਨ ਸਿਸਟਮ ਨੂੰ ਸਟਰੋਂਗ ਕਰਨ ਲਈ। ਵਿਟਾਮਿਨ ਏ ਡੀ ਸਪੈਸ਼ਲ ਅੱਜ ਪਿਛਲੇ ਕੁਝ ਸਾਲਾਂ ਤੋਂ ਬੜੀ ਸੈਂਟਰ ਸਟੇਜ ਤੇ ਆ, ਯਾਨੀ ਕਿ ਇਹ ਬੜਾ ਮਦਦਗਾਰ ਹੈ ਤੁਹਾਡੀ ਇਮਿਊਨਿਟੀ ਨੂੰ ਸਟਰੋਂਗ ਕਰਨ ਲਈ, ਤੁਹਾਡੇ ਅੰਦਰ ਦੇ ਸਿਸਟਮ ਨੂੰ ਠੀਕ ਰੱਖਣ। ਸਾਡੇ ਅੰਦਰ ਜਿਹਨੂੰ ਵਿਟਾਮਿਨ ਕਹਿੰਦੇ ਆ ਕਿ ਵੀ ਆਰਗੈਨਿਕ ਮਾਲੀਕੂਲ ਹੁੰਦਾ, ਇਹ ਜਿਹੜੇ ਐਸੈਂਸ਼ੀਅਲ ਮਾਈਕਰੋਨਿਊਟ੍ਰੀਐਂਟਸ ਹੈਗੇ, ਵਿਟਾਮਿਨ ਮਿਨਰਲ ਹੁੰਦੇ ਆ ਨਾ ਸਾਡੇ ਬੋਡੀ ਦੇ ਵਿੱਚ, ਸਾਡੇ ਪ੍ਰੋਪਰ ਮੈਟਾਬੋਲਿਜ਼ਮ ਲਈ ਸਾਨੂੰ ਐਸੈਂਸ਼ੀਅਲ ਵਿਟਾਮਿਨ ਵੀ ਚਾਹੀਦੇ ਆ, ਠੀਕ ਹੈ, ਮਿਨਰਲ ਵੀ ਚਾਹੀਦੇ ਆ ਤੇ ਅਮਾਈਨੋ ਐਸਿਡਸ ਵੀ ਚਾਹੀਦੇ ਆ, ਜਿਹਨੂੰ ਪ੍ਰੋਟੀਨਸ ਕਹਿ ਦਿੰਦੇ ਆ, ਠੀਕ ਹੈ ਨਾ। ਇਹ ਜਿਹੜੇ ਕੁਝ ਜਿਹੜੇ ਨਿਊਟ੍ਰੀਐਂਟਸ ਹੈਗੇ ਆ, ਕੁਝ ਸਾਡੀ ਬੋਡੀ ਦੇ ਵਿੱਚ ਜਿਹੜੇ ਵਿਟਾਮਿਨ ਆ ਸਿੰਥੇਸਾਈਜ਼ ਨਹੀਂ ਹੁੰਦੇ, ਸਾਡੇ ਸਰੀਰ 'ਚ ਨਹੀਂ ਬਣਦੇ, ਪਰ ਸਾਡੇ ਪ੍ਰੋਪਰ ਬੋਡੀ ਦੇ ਪ੍ਰਕਿਰਿਆਵਾਂ ਨੂੰ ਚਲਾਉਣ ਲਈ, ਮੈਟਾਬੋਲਿਜ਼ਮ ਲਈ ਕਰਨ ਲਈ ਇਹ ਬਹੁਤ ਜ਼ਰੂਰੀ ਹੁੰਦੇ ਨੇ, ਚਾਹੇ ਸਮਾਲ ਕੁਆਂਟੀਟੀਜ਼ ਦੇ ਵਿੱਚ ਉਹਦਾ ਪ੍ਰੋਪਰ ਫੰਕਸ਼ਨ ਨਹੀਂ ਹੁੰਦਾ। ਜੇ ਇੱਕ ਵੀ ਵਿਟਾਮਿਨ, ਜੇ ਸਪੋਜ਼ ਕਰੋ ਸਾਨੂੰ ਵਿਟਾਮਿਨ ਏ ਦੀ ਕਮੀ ਪੈ ਗਈ, ਵਿਟਾਮਿਨ ਸੀ ਦੀ ਕਮੀ ਪੈ ਗਈ, ਵਿਟਾਮਿਨ ਡੀ ਦੀ ਕਮੀ ਪੈ ਗਈ, ਤੇ ਸਾਡੇ ਸਿਸਟਮ ਨੂੰ ਇੰਬੈਲੈਂਸ ਕਰ ਦਿੰਦੇ ਨੇ, ਜਿਹਦੇ ਕਰਕੇ ਸਾਡੀ ਇਮਿਊਨਿਟੀ ਵੀਕ ਹੋ ਜਾਂਦੀ। ਇਸ ਕਰਕੇ ਆਪਾਂ ਜਿਹੜੇ ਵਿਟਾਮਿਨਸ ਹੈਗੇ ਨੇ ਇਹਨਾਂ ਦੀ ਇਨਟੇਕ ਬਹੁਤ ਜ਼ਰੂਰੀ ਹੈ। ਵਿਟਾਮਿਨ 13 ਤਰ੍ਹਾਂ ਦੇ ਹੁੰਦੇ ਨੇ, 4 ਫੈਟ ਸੋਲਿਬਲ ਹੁੰਦੇ ਨੇ, ਜਿਹਨੂੰ ਆਪਾਂ ਏ ਡੀ ਈ ਐਂਡ ਕੇ ਕਹਿੰਦੇ ਆ, 9 ਵਾਟਰ ਸੋਲਿਬਲ ਹੁੰਦੇ ਆ, ਬੀ ਦੀ ਸਬ ਕਲਾਸਿਸ ਹੁੰਦੀਆਂ ਅੱਗੇ, ਇਹ B1 B2 B3 B6 B12, ਵਿਟਾਮਿਨ ਸੀ, ਇਹ ਵਾਟਰ ਸੋਲਿਬਲ। ਜਿਹੜੇ ਵਾਟਰ ਸੋਲਿਬਲ ਹੈ ਨਾ ਸਾਡੀ ਬੋਡੀ ਦੇ ਵਿੱਚ ਸਟੋਰ ਨਹੀਂ ਹੁੰਦੇ, ਇਹ ਬੇਸਿਕਲੀ ਕੀ ਹੁੰਦਾ, ਸਾਨੂੰ ਰੈਗੂਲਰ ਲੈਣੇ ਪੈਂਦੇ ਆ। ਜੇ ਵਿਟਾਮਿਨ ਸੀ ਦੀ ਗੱਲ ਕਰੀਏ ਜਾਂ ਬੀ ਦੀ ਗੱਲ ਕਰੀਏ, ਸਾਡੇ ਜਦੋਂ ਆਪਾਂ ਸਟਰੀਟ ਬਾਥਰੂਮ ਕਰਦੇ ਆ ਉਹ ਨਿਕਲ ਜਾਂਦੇ ਨੇ, ਤੇ ਵਿਟਾਮਿਨ ਦੀ ਕੰਜ਼ੰਪਸ਼ਨ ਰੈਗੂਲਰ ਲੈਣੀ ਪੈਂਦੀ ਹੈ। ਕਿਉਂ ਲੈਣੀ ਪੈਂਦੀ ਹੈ? ਕਿਉਂਕਿ ਉਹ ਸਾਡੀ ਬੋਡੀ ਦੇ ਵਿੱਚ ਅਬਜ਼ੌਰਬ ਨਹੀਂ ਹੁੰਦੇ, ਇਸ ਕਰਕੇ ਸਾਨੂੰ ਰੈਗੂਲਰ ਇਨਟੇਕ ਵਿਟਾਮਿਨ ਜਿਵੇਂ ਆਪਾਂ ਕਹਿੰਦੇ ਆ ਬੀ ਤੇ ਸੀ ਦੀ ਕਰਨੀ ਪੈਂਦੀ। ਜਿਹੜੇ ਫੈਟ ਸੋਲਿਬਲ ਵਿਟਾਮਿਨ ਹੁੰਦੇ ਆ ਜਿਵੇਂ ਏ ਡੀ ਈ ਐਂਡ ਕੇ, ਇਹ ਸਾਡੀ ਬੋਡੀ ਦੇ ਵਿੱਚ ਅਬਜ਼ੌਰਬ ਹੁੰਦੇ ਨੇ ਇੰਟੈਸਟਾਈਨਲ ਆਂਤੜੀਆਂ ਵਿੱਚੋਂ, ਟਰੈਕ ਦੇ ਵਿੱਚੋਂ, ਸਾਡੀ ਜਿਹੜੀ ਇੰਟੈਸਟਾਈਨ ਆ ਉਹਦੇ ਵਿੱਚੋਂ ਲਿਪਿਡ ਦੇ ਹੈਲਪ ਦੇ ਨਾਲ ਸਾਡੇ ਫੈਟ ਸੋਲਿਬਲ ਅਬਜ਼ੌਰਬ ਹੁੰਦੇ। ਜਿਹੜੇ ਫੈਟ ਸੋਲਿਬਲ ਵਿਟਾਮਿਨ ਦੀ ਡੈਫੀਸ਼ੀਐਂਸੀ ਹੈ ਨਾ, ਇਹਨਾਂ ਦਾ ਘਾਟ ਆ ਜਿਹੜਾ, ਇਹ ਮਾਲ ਅਬਜ਼ੌਰਪਸ਼ਨ ਕਰ ਦਿੰਦੀ ਹੈ, ਯਾਨੀ ਕਿ ਪ੍ਰੋਪਰ ਸਾਡੇ ਅੰਦਰੋਂ ਦੀ ਜਦੋਂ ਮਾਲ ਅਬਜ਼ੌਰਪਸ਼ਨ ਦਾ ਮੀਨਿੰਗ ਹੈ ਕਿ ਵੀ ਵਾਪਸ ਜਦੋਂ ਇੰਟੈਸਟਾਈਨ ਚੋਂ ਸਾਨੂੰ ਜੋ ਚੀਜ਼ਾਂ ਚਾਹੀਦੀਆਂ ਉਹ ਰੀਅਬਜ਼ੌਰਬ ਨਹੀਂ ਹੁੰਦੀ। ਜਦੋਂ ਰੀਅਬਜ਼ੌਰਬ ਨਹੀਂ ਹੁੰਦੀਆਂ ਨਾ, ਉਹ ਉੱਥੇ ਪਈਆਂ ਰਹਿੰਦੀਆਂ ਨੇ, ਫਿਰ ਉਹ ਸਿਸਟਿਕ ਫਾਈਬਰੋਇਡ ਜਿਵੇਂ ਕਹਿੰਦੇ ਆ ਕਿ ਵੀ ਸਿਸਟ ਬਣ ਗਿਆ ਜਾਂ ਫਾਈਬਰੋਇਡ ਬਣ ਗਏ ਯੂਟਰਸ 'ਚ, ਇਹ ਜਿਹੇ ਪ੍ਰੋਬਲਮ ਬਣਦੀਆਂ। ਇਸ ਕਰਕੇ ਜਿਹੜਾ ਵਿਟਾਮਿਨ ਤੇ ਮਿਨਰਲਸ ਦਾ ਹੈਗਾ ਨਾ, ਇਹ ਬਹੁਤ ਵੱਡਾ ਰੋਲ ਹੈਗਾ ਸਾਡਾ ਉਹਦੇ ਵਿੱਚ। ਤੇ ਵਿਟਾਮਿਨਸ ਦੇ ਵਿੱਚ ਜੇ ਆਪਾਂ ਦੀ ਗੱਲ ਕਰੀਏ ਕਿ ਵੀ ਇਹ ਜਿਹੜੇ ਮੋਲੀਕੂਲਸ ਹੁੰਦੇ ਆ, 13 ਤਰ੍ਹਾਂ ਦੇ ਜਿਹੜੇ ਵਿਟਾਮਿਨ ਹੁੰਦੇ ਆ, ਜਿਵੇਂ ਵਿਟਾਮਿਨ ਏ ਨੂੰ ਅਸੀਂ ਰੈਟੀਨੋਲ ਕਹਿ ਦਿੰਦੇ ਆ, ਬੀਟਾ ਕੈਰੋਟਿਨ ਟ੍ਰਾਂਸਫਾਰਮਸ ਦੇ ਵਿੱਚ ਬੀਟਾ ਕੈਰੋਟਿਨ ਕਹਿੰਦੇ ਆ, ਵਿਟਾਮਿਨ B1 ਥਾਇਆਮਾਈਨ ਕਹਿੰਦੇ ਆ, ਵਿਟਾਮਿਨ B2 ਰਾਈਬੋਫਲੇਵਿਨ ਕਰਦੇ ਆ, B3 ਨੂੰ ਨਾਇਸਿਨ ਕਹਿੰਦੇ ਆ, B5 ਨੂੰ ਪੈਂਟੋਥੈਨਿਕ ਐਸਿਡ, B6 ਨੂੰ ਪੈਰਾਡੋਕਸਿਨ, B7 ਨੂੰ ਬਾਇਓਟਿਨ ਕਹਿੰਦੇ ਆ, ਵਿਟਾਮਿਨ B9 ਨੂੰ ਫੋਲਿਕ ਐਸਿਡ, ਵਿਟਾਮਿਨ B12 ਨੂੰ ਕੋਬੋਲਮਾਈਨ, ਵਿਟਾਮਿਨ ਸੀ ਨੂੰ ਸਕਾਰਬਿਕ ਐਸਿਡ, ਵਿਟਾਮਿਨ ਡੀ ਸੈਲਸੀਫਰੋਲਸ, ਵਿਟਾਮਿਨ ਈ ਟੋਕੋਫਰੋਲਸ, ਵਿਟਾਮਿਨ ਕੇ ਕੁਨੇਨਸ। ਇਹ ਜਿਹੜੇ ਸਾਇੰਟਿਫਿਕ ਨਾਮ ਨੇ, ਇਹ ਡਿਫਰੈਂਟ ਜਿਹੜੇ ਵਿਟਾਮਿਨਸ ਹੈਗੇ ਨੇ 13 ਬਹੁਤ ਜ਼ਰੂਰੀ ਨੇ। ਵਿਟਾਮਿਨਸ ਜਿਹੜੇ ਹੈਗੇ ਨੇ ਬਹੁਤ ਹੀ ਜ਼ਿਆਦਾ ਜਿਹਨੂੰ ਕਹਿ ਦੋ ਅੰਦਰ ਬਾਇਓਕੈਮੀਕਲ ਫੰਕਸ਼ਨਸ ਨੇ, ਅਲੱਗ-ਅਲੱਗ ਜਿਹੜੇ ਸਾਡੇ ਅੰਦਰ ਰਿਐਕਸ਼ਨਸ ਚੱਲ ਰਹੇ ਨੇ ਉਹਦੇ ਵਿੱਚ ਇਹਨਾਂ ਦੀ ਲੋੜ ਪੈਂਦੀ। ਇਹ ਵਿਟਾਮਿਨ ਜਿਹੜੇ ਹੈਗੇ ਨੇ ਸਾਡੇ, ਜਿਵੇਂ ਵਿਟਾਮਿਨ ਏ ਆ, ਜਿਹਦੀ ਘਾਟ ਹੋ ਜਾਏਗੀ ਤਾਂ ਸਾਡੇ ਸੈੱਲ ਦਾ ਰੈਗੂਲੇਟਰ ਆ, ਉਹ ਟਿਸ਼ੂ ਗਰੋਥ ਤੇ ਡਿਫਰੈਂਸ਼ੀਏਸ਼ਨ, ਨਵੇਂ ਸੈੱਲ ਬਣਾਉਣ ਦੇ ਵਿੱਚ ਪ੍ਰੋਬਲਮ ਆਏਗੀ, ਉਹ ਸੈੱਲ ਪ੍ਰੋਪਰ ਬਣਨਗੇ ਨਹੀਂ। ਜੇ ਸੈੱਲ ਨਹੀਂ ਬਣਨਗੇ, ਵਿਟਾਮਿਨ ਏ ਦੀ ਘਾਟ ਪਏਗੀ। ਅੱਖਾਂ ਲਈ ਕਹਿੰਦੇ ਬਹੁਤ ਜ਼ਰੂਰੀ ਹੁੰਦਾ, ਜਿਵੇਂ ਕਹਿੰਦੇ ਵਿਟਾਮਿਨ ਏ, ਠੀਕ ਹੈ ਨਾ।
ਤੇ ਅੱਖਾਂ ਦੇ ਜੇ ਸੈਲਸ ਰੀਜਨਰੇਟ ਨਹੀਂ ਹੋਣਗੇ, ਸਾਡੀ ਨਿਗਾਹ ਨਹੀਂ ਪ੍ਰੋਪਰ ਹੋਏਗੀ, ਨਿਗਾਹ ਘਟਣੀ ਸ਼ੁਰੂ ਹੋ ਜਾਏਗੀ। ਵਿਟਾਮਿਨ ਡੀ ਹੈ ਜਿਹੜਾ, ਇਹ ਹਾਰਮੋਨ ਲਾਈਕ ਫੰਕਸ਼ਨ ਕਰਦਾ। ਮਿਨਰਲ ਮੈਟਾਬੋਲਿਜ਼ਮ ਫॉर ਬੋਨਸ ਐਂਡ ਜਿਹੜੇ ਸਾਡੀਆਂ ਹੱਡੀਆਂ ਬਣਦੀਆਂ ਨੇ ਜਾਂ ਅਦਰ ਆਰਗਨਸ ਬਣਦੇ ਆ, ਉਹਨੂੰ ਰੈਗੂਲੇਟ ਕਰਨ ਦੇ ਵਿੱਚ ਕੰਮ ਕਰਦਾ ਵਿਟਾਮਿਨ ਡੀ। ਬੀ ਕੰਪਲੈਕਸ ਵਿਟਾਮਿਨ ਜਿਹੜੇ ਹੈਗੇ ਐਂਜ਼ਾਈਮੈਟਿਕ ਕੋਫੈਕਟਰਸ ਹੈਗੇ ਨੇ, ਉਹ ਡਿਫਰੈਂਟ ਜਿਹੜੇ ਐਂਜ਼ਾਈਮ ਜਿਹੜੀ ਡਾਈਜੈਸ਼ਨਸ ਹੁੰਦੀਆਂ, ਉਹਦੇ ਵਿੱਚ ਵਿਟਾਮਿਨ ਬੀ ਦਾ ਬੜਾ ਵੱਡਾ ਰੋਲ ਹੈਗਾ, ਠੀਕ ਹੈ ਨਾ। ਤੇ ਫਿਰ ਉਸ ਤੋਂ ਵਿਟਾਮਿਨ ਸੀ ਜਿਹੜੇ ਈ ਹੈਗੇ ਐਂਟੀਆਕਸੀਡੈਂਟ ਹੈਗੇ ਨੇ, ਟੌਕਸਿਨਸ ਨੂੰ ਜਦੋਂ ਸਾਡੇ ਅੰਦਰ ਜ਼ਹਿਰੀਲੇ ਪਦਾਰਥ ਪੈਂਦੇ ਨੇ, ਉਹ ਟੌਕਸਿਨਸ ਨੂੰ ਸਕੁਐਂਜ ਕਰਨ ਲਈ, ਮਾਰਨ ਲਈ ਸਾਨੂੰ ਇਹ ਵਿਟਾਮਿਨ ਸੀ ਐਜ਼ ਏ ਐਂਟੀਆਕਸੀਡੈਂਟ ਚਾਹੀਦੇ ਨੇ। ਉਹਨਾਂ ਜਿਹੜੇ ਵਾਇਰਸ ਹੈ, ਵਾਇਰਸ ਨੇ ਜਦੋਂ ਅੰਦਰ ਜਾਣਾ ਹੈ, ਉਹਨੇ ਟੌਕਸਿਨਸ ਫ੍ਰੀ ਰੈਡੀਕਲਸ ਪ੍ਰੋਡਿਊਸ ਕਰਨੇ ਨੇ। ਜੇ ਸਾਡੇ ਪ੍ਰਾਪਤ ਮਾਤਰਾ ਦੇ ਵਿੱਚ ਵਿਟਾਮਿਨ ਸੀ ਈ ਹੈਗੇ ਨੇ, ਉਹ ਐਂਟੀਆਕਸੀਡੈਂਟ ਜਾ ਕੇ ਉਹਨੂੰ ਕਰਨਗੇ, ਵਾਇਰਸ ਨੂੰ ਅੱਗੇ ਨਹੀਂ ਵਧਣ ਦੇਣਗੇ, ਉਹ ਉੱਥੇ ਹੀ ਰੁਕ ਜਾਏਗਾ, ਉੱਥੇ ਖਤਮ ਕਰ ਦੇਣਗੇ। ਤੇ ਇਹਨਾਂ ਦੀ ਜਿਹੜੀ ਡੈਫੀਸ਼ੀਐਂਸੀ ਹੈਗੀ ਆ ਵਿਟਾਮਿਨਸ ਦੀ, ਬਹੁਤ ਹੀ ਜਿਹਨੂੰ ਕਹਿ ਦੋ ਜ਼ਰੂਰੀ ਹੈਗੀ ਆ, ਜੇ ਅਸੀਂ ਚਾਹੁੰਦੇ ਸਾਡਾ ਇਮਿਊਨ ਸਿਸਟਮ ਸਟਰੋਂਗ ਹੋਵੇ। ਹੁਣ ਸਭ ਤੋਂ ਇਹ ਮੈਂ ਡਿਸਕਸ ਕਰਦਾ ਇੱਕ ਵਿਟਾ ਐਸੈਂਸ਼ੀਅਲਸ, ਇਹ ਸੈਮੀ ਸਬਿੰਸਾ ਗਰੁੱਪ ਦਾ ਇਹ ਪ੍ਰੋਡਕਟ ਹੈਗਾ। ਇਹ ਪ੍ਰੋਡਕਟ ਉਹਨਾਂ ਦੀ 32 ਸਾਲਾਂ ਦੀ R&D ਤੋਂ ਬਾਅਦ ਡਿਵੈਲਪ ਹੋਇਆ, 32 ਇਅਰਸ ਦੀ। ਉਹਨਾਂ ਦੇ ਜਿਹੜੇ ਪ੍ਰੋਡਕਟ ਮੈਂ ਵੈਬਸਾਈਟ ਤੇ ਜਾ ਕੇ ਦੇਖੇ, ਸੈਮੀ ਸਬਿੰਸਾ ਕਾਰਪੋਰੇਸ਼ਨ ਦੇ samidirect.com ਤੇ ਤੁਸੀਂ ਵੀ ਜਾ ਕੇ ਦੇਖ ਸਕਦੇ ਹੋ। ਇਸ ਕੰਪਨੀ ਦੇ ਪ੍ਰੋਡਕਟ ਟੋਟਲੀ ਸਾਇੰਟੀਫਿਕ ਨੇ। ਇਹਨੂੰ ਅੱਜ ਮੈਂ ਡਿਸਕਸ ਕਰਾਂਗਾ ਕਿ ਵੀ ਇਹ ਸਾਇੰਟੀਫਿਕ ਫਾਰਮੂਲੇਸ਼ਨ ਹੈ। ਕੋਈ ਵੀ R&D ਨਾਲ ਪ੍ਰੋਪਰ ਜੋ ਵਿਟਾਮਿਨ ਮਿਨਰਲ ਬੰਦੇ ਨੂੰ ਚਾਹੀਦੇ ਨੇ ਸਾਡੇ ਇਮਿਊਨ ਸਿਸਟਮ ਨੂੰ ਸਟਰੋਂਗ ਕਰਨ ਲਈ, ਸਾਡੀ ਬਾਡੀ ਨੂੰ ਅੰਦਰੋਂ ਫੁਲਾਦ ਬਣਾਉਣ ਲਈ, ਉਹ ਇੱਕ ਇਹ ਵਿਟਾਮਿਨ ਵਿਟਾ ਐਸੈਂਸ਼ੀਅਲ ਇਹਨਾਂ ਦਾ ਬਹੁਤ ਜ਼ਰੂਰੀ ਹੈ ਕਿ ਵੀ ਹਰ ਸ਼ਖਸ ਨੂੰ ਇਹ ਲੈਣਾ ਚਾਹੀਦਾ, ਅਗਰ ਉਹ ਚਾਹੁੰਦਾ ਮੇਰੇ ਅੰਦਰੋਂ ਇਮਿਊਨਿਟੀ ਸਟਰੋਂਗ ਰਵੇ, ਮੇਰੇ ਅੰਦਰ ਵਿਟਾਮਿਨ ਮਿਨਰਲ ਦੀ ਕਮੀ ਕਰਕੇ ਮੈਨੂੰ ਕੋਈ ਬਿਮਾਰੀ ਨਾ ਲੱਗੇ। ਤਾਂ ਇਹ ਡਿਸਕਸ ਕਰਦੇ ਹਾਂ ਹੈ ਕੀ ਹੈ। ਇਹਦੇ ਵਿੱਚ ਦੇਖੋ, ਇਹ 2 ਲੇਅਰਸ ਦੇ ਵਿੱਚ ਹੈ, ਇਹਨਾਂ ਦੀ ਟੈਕਨੋਲੋਜੀ ਹੈ। ਇਹਨਾਂ ਨੇ 2 ਲੇਅਰਸ ਦੇ ਵਿੱਚ ਇਸ ਪ੍ਰੋਡਕਟ ਨੂੰ ਡਿਵੈਲਪ ਕੀਤਾ। ਪਹਿਲੇ ਦੇ ਵਿੱਚ ਹੈਗਾ ਇਹਨਾਂ ਦਾ ਅਸ਼ਵਾਗੰਧਾ ਐਕਸਟ੍ਰੈਕਟ। ਇਹ ਅਡੈਪਟੋਜਨ ਹੈ, ਇਹ ਤੁਹਾਡੀ ਇਮਿਊਨਿਟੀ ਨੂੰ ਬੜਾ ਸਟਰੋਂਗ ਕਰਦਾ ਤੇ ਤੁਹਾਡੇ ਸਟ੍ਰੈਸ ਲੈਵਲ ਨੂੰ ਘਟਾਉਂਦਾ। ਹੁਣ ਅੱਜ ਕੱਲ੍ਹ ਕੀ ਹੈ, ਟੀਵੀ 'ਚ ਆਪਾਂ ਦੇਖ ਰਹੇ ਹਾਂ, ਇੰਨੇ ਲੋਕ ਉੱਥੇ ਮਰ ਗਏ, ਇੰਨੇ ਉੱਥੇ ਮਰ ਗਏ, ਠੀਕ ਹੈ ਨਾ। ਉਹ ਸਾਡੇ 'ਚ ਸਟ੍ਰੈਸ ਆ ਰਿਹਾ, ਸਟ੍ਰੈਸ ਆਉਣ ਨਾਲ ਕੀ ਆ ਰਿਹਾ, ਸਾਡੀ ਇਮਿਊਨਿਟੀ ਵੀਕ ਹੋ ਰਹੀ ਹੈ। ਤਾਂ ਇਹਦੇ ਵਿੱਚ ਉਹ ਮੋਲੀਕੂਲ ਹੈਗਾ ਅਸ਼ਵਾਗੰਧਾ, ਜੋ ਕਿ ਸਾਡੇ ਵਿੱਚ ਸਾਡੇ ਸਟ੍ਰੈਸ ਨੂੰ, ਜਿਹੜਾ ਸਾਡਾ ਅਸੀਂ ਸਟ੍ਰੈਸ ਫਾਲਤੂ ਦਾ ਲਿਆ ਹੋਇਆ, ਉਹਨੂੰ ਘਟਾਏਗਾ ਤੇ ਸਾਡੀ ਇਮਿਊਨਿਟੀ ਨੂੰ ਸਟਰੋਂਗ ਕਰੇਗਾ। ਫਿਰ ਆ ਗਿਆ ਵਿਟਾਮਿਨ B1, B2, B5, B6, B12 ਹੈਗਾ। ਜਿਹੜੇ ਸਾਰੇ ਵਿਟਾਮਿਨ ਹੈਗੇ ਆ, ਸਾਡੇ ਇਮਿਊਨ ਸਿਸਟਮ ਨੂੰ ਸਟਰੋਂਗ ਕਰਨ ਲਈ ਚਾਹੀਦੇ ਨੇ, એનર્ਜੀ ਸਾਡੇ ਸਰੀਰ ਦੇ ਵਿੱਚ ਤਾਕਤ ਲਈ ਚਾਹੀਦੇ ਨੇ, ਸਾਡੇ ਦਿਮਾਗੀ ਤਾਕਤ ਨੂੰ ਵਧਾਉਣ ਲਈ ਚਾਹੀਦੇ ਨੇ। ਇਹ ਸਾਡੇ ਜਿਹੜੀ ਆਪਾਂ ਕਾਰਬੋਹਾਈਡਰੇਟ, ਪ੍ਰੋਟੀਨ ਐਂਡ ਫੈਟ ਜਿਹੜੀ ਆਪਾਂ ਖਾਂਦੇ ਆ, ਜਿਵੇਂ ਰੋਟੀ ਖਾਧੀ, ਦਾਲ ਖਾਧੀ, ਠੀਕ ਹੈ, ਜਾਂ ਆਪਾਂ ਜਿਹਨੂੰ ਕਹਿੰਦੇ ਘਿਓ ਖਾਧਾ, ਉਹਨੂੰ ਪਾਚਨ ਕਿਰਿਆ ਦੇ ਵਿੱਚ ਉਹਨੂੰ ਪਚਾਉਣ ਲਈ ਬਹੁਤ ਜ਼ਰੂਰੀ ਨੇ ਇਹ ਸਾਰੇ ਵਿਟਾਮਿਨ, ਠੀਕ ਹੈ ਨਾ। ਸਾਡੇ ਖੂਨ, ਰੈੱਡ ਬਲੱਡ ਸੈਲਸ ਨੂੰ ਬਣਾਉਂਦੇ ਨੇ, ਖੂਨ ਤੇ ਜਿਹੜਾ ਨਵਾਂ ਫਾਰਮੇਸ਼ਨ ਹੁੰਦੀ ਆ, ਅਸੀਂ ਜੋ ਖਾਂਦੇ ਆ ਉੱਥੇ ਹੀ ਖੂਨ ਤਿਆਰ ਹੁੰਦਾ ਨਾ ਅੱਗੇ ਜਾ ਕੇ। ਗਲੂਕੋਜ਼ ਜਿਹੜਾ ਬਣਦਾ ਬੇਸਿਕਲੀ, ਉਹ ਬਣਦਾ ਕਿੱਥੋਂ ਹੈ, ਜੋ ਵੀ ਆਪਾਂ ਖਾਂਦੇ ਆ। ਪਰਮਾਤਮਾ ਨੇ ਐਸਾ ਸਿਸਟਮ ਕੀਤਾ, ਅਸੀਂ ਚਾਹੇ ਗਾਜਰ ਖਾ ਲਈਏ, ਚਾਹੇ ਮੂਲੀ ਖਾ ਲਈਏ, ਚਾਹੇ ਆਪਾਂ ਮੀਟ ਖਾ ਲਈਏ, ਚਾਹੇ ਅੰਡਾ ਖਾ ਲਈਏ, ਚਾਹੇ ਆਪਾਂ ਸੰਤਰਾ ਖਾ ਲਈਏ, ਐਂਡ ਪ੍ਰੋਡਕਟ ਉਹਦਾ ਗਲੂਕੋਜ਼ ਹੀ ਹੁੰਦਾ। ਗਲੂਕੋਜ਼ ਤੋਂ ਅੱਗੇ એનર્ਜੀ ਮਿਲਦੀ ਹੈ ਸਾਨੂੰ। ਤੇ ਇਹਨਾਂ ਵਿਟਾਮਿਨਸ ਦਾ ਬਹੁਤ ਵੱਡਾ ਰੋਲ ਹੈਗਾ ਸਾਡੇ ਫਾਰਮੇਸ਼ਨ, એનર્ਜੀ ਬਣਾਉਣ ਦੇ ਵਿੱਚ, ਰੈੱਡ ਬਲੱਡ ਸੈਲਸ ਨੂੰ। ਤੇ ਦੂਜੀ ਗੱਲ, ਜਿਹੜਾ ਹੈਲਦੀ ਆਈ ਐਂਡ ਸਕਿਨ, ਸਾਡੀ ਬਾਹਰ ਦੀ ਜਿਹੜੀ ਸਕਿਨ ਹੈਗੀ ਆ, ਉਹ ਵੀ ਕੁਦਰਤੀ ਜਿਹੜੀ ਹੈਗੀ ਆ, ਜਲਦੀ ਬੁਢਾਪਾ ਨਹੀਂ ਦਿਖੇਗਾ ਸਾਡੀ ਸਕਿਨ ਤੇ। ਇਹ ਵਿਟਾਮਿਨ B1, B2, B5, B6, B12 ਚਾਹੀਦੇ ਆ, ਜੋ ਕਿ ਪ੍ਰੋਪਰ ਮਾਤਰਾ ਦੇ ਵਿੱਚ ਨੈਚੁਰਲ ਹੈਗੇ ਨੇ। ਫਿਰ ਬਾਇਓਟਿਨ, ਇਹ ਜਿਹੜੇ ਸੈੱਲ ਜਿਹੜੇ ਸਾਡੇ ਗਰੋਥ ਲਈ ਚਾਹੀਦੀ ਹੁੰਦੀ ਹੈ, ਸਾਡੇ ਸੈੱਲ ਸਾਡੀ ਬਾਡੀ ਦੇ ਵਿੱਚ ਹਰ ਮਹੀਨੇ ਬਾਅਦ, ਜਿਹਨੂੰ ਆਪਾਂ ਮਹੀਨੇ ਕਹਿ ਸਕਦੇ ਹਾਂ, ਜਾਂ ਇੱਕ ਸਪੈਸੀਫਿਕ ਟਾਈਮ ਹੈਗਾ ਜਿਹਨੂੰ ਆਪਾਂ ਕਹਿੰਦੇ ਆ, 40 ਦਿਨ ਬਾਅਦ ਸੈੱਲਸ ਪੁਰਾਣੇ ਮਰਦੇ ਨੇ, ਨਵੇਂ ਬਣਦੇ ਨੇ। ਇਹ ਪ੍ਰੋਸੈਸ ਹੈ ਇੱਕ ਬਾਡੀ ਦਾ, ਠੀਕ ਹੈ ਨਾ। ਹੁਣ ਨਵੇਂ ਸੈੱਲ ਜਦੋਂ ਬਣਦੇ ਨੇ ਤਾਂ ਉਹਨਾਂ ਨੂੰ ਬਾਇਓਟਿਨ ਵੀ ਚਾਹੀਦਾ ਹੁੰਦਾ, ਉਹ ਸੈੱਲ ਦੀ ਗਰੋਥ ਲਈ ਚਾਹੀਦਾ। ਵਿਟਾਮਿਨ ਏ ਹੈਗਾ ਜਿਹੜਾ, ਇਹ ਅੱਖਾਂ ਲਈ, ਫਿਰ ਗਰੋਥ ਐਂਡ ਡਿਵੈਲਪਮੈਂਟ, ਸਰੀਰ ਬੱਚਿਆਂ ਦੇ ਲਈ ਬਹੁਤ ਜ਼ਰੂਰੀ ਹੈ, ਜਿਹਨੂੰ ਕਹਿੰਦੇ ਉਹਨੇ ਗਰੋਥ ਡਿਵੈਲਪਮੈਂਟ, ਉਹਨੇ ਵਧਣਾ ਫੁੱਲਣਾ। ਫਿਰ ਵਿਟਾਮਿਨ D3 ਹੈਗਾ, ਇਹ ਜੇ ਵਿਟਾਮਿਨ D3 ਨਹੀਂ ਹੋਊਗਾ, ਇਹ ਧੁੱਪ ਤੋਂ ਮਿਲਦਾ। ਹੁਣ ਧੁੱਪ 'ਚ ਦੱਸੋ ਲੋਕ ਕਿੰਨੇ ਕੁ ਜਾਂਦੇ ਨੇ, ਲਾਕਡਾਊਨ ਕਰਕੇ ਤਾਂ ਅੰਦਰ ਬੈਠੇ ਨੇ, ਧੁੱਪ 'ਚ ਕੋਈ ਖੜਦਾ ਨਹੀਂ ਅੱਜ ਕੱਲ੍ਹ ਜਾ ਕੇ। ਤੇ ਵਿਟਾਮਿਨ D3 ਸਾਡੇ ਅੰਦਰ ਜਿਹੜੀ ਕੈਲਸ਼ੀਅਮ ਹੈ ਨਾ, ਉਹ ਅਬਜ਼ੌਰਬ ਤਾਂ ਹੁੰਦੀ ਹੈ, ਅਸੀਂ ਦੁੱਧ ਪੀ ਗਏ, ਠੀਕ ਹੈ ਨਾ, ਦਹੀਂ ਖਾਈ ਗਏ, ਦੁੱਧ ਪੀ ਗਏ, ਠੀਕ ਹੈ ਨਾ, ਉਹਦੇ ਵਿੱਚ ਕੀ ਆ ਕਿ ਵੀ ਜੇ ਵਿਟਾਮਿਨ D3 ਨਹੀਂ ਹੈਗਾ, ਜਦ ਧੁੱਪ 'ਚ ਅਸੀਂ ਖੜੇ ਨਹੀਂ ਜਾ ਕੇ, ਤਾਂ ਸਾਡੇ ਕੈਲਸ਼ੀਅਮ ਅਬਜ਼ੌਰਬ ਹੀ ਨਹੀਂ ਹੋਣਾ, ਤਾਂ ਬੋਨ ਦੇ ਵਿੱਚ ਕੈਲਸ਼ੀਅਮ ਕਿੱਥੋਂ ਜਾਣਾ। ਤੇ ਇਹ ਚੀਜ਼ਾਂ ਵਿੱਚ ਵਿਟਾਮਿਨ ਈ ਹੈ, ਸਕਿਨ ਲਈ ਚੰਗਾ ਹੈਗਾ। ਸਲੀਨੀਅਮ ਸਿਲੈਕਟ ਹੈਗਾ, ਸਲੀਨੀਅਮ ਬਹੁਤ ਹੀ ਵਧੀਆ, ਇਹਦੇ ਵਿੱਚ ਇੱਕ ਹੈਗਾ ਮੋਲੀਕੂਲ, ਸੌਰੀ ਮਿਨਰਲ,
ਜਿਹਦੇ ਵਿੱਚ ਸਲੀਨੀਅਮ ਦੀ ਆਪਾਂ ਗੱਲ ਕਰੀਏ ਕਿ ਵੀ ਸਲੀਨੀਅਮ ਸਾਡੀਆਂ ਜਿਹੜੀਆਂ ਅੰਤੜੀਆਂ ਹੁੰਦੀਆਂ ਨਾ, ਜਿਹਨੂੰ ਆਪਾਂ ਕਹਿੰਦੇ ਨਾੜਾਂ ਦੇ ਵਿੱਚ ਜਿਹੜਾ ਹਾਰਡਨੈਸ ਆ ਜਾਂਦੀ ਹੈ ਨਾ, ਹਾਰਡਨਿੰਗ ਆਫ ਆਰਟਰੀਜ਼ ਕਹਿੰਦੇ ਆ ਜਿਹਨੂੰ ਆਪਾਂ, ਉਹਨੂੰ ਰਿਲੈਕਸ ਕਰਦੀ ਹੈ। ਬਹੁਤ ਵਧੀਆ ਪ੍ਰੋਡਕਟ ਹੈ ਜਿਹੜੀ ਸਾਡੀ ਉਹਦੇ ਵਿੱਚ ਤਾਜ਼ਗੀ ਕਹਿ ਲਓ ਜਾਂ ਨਵੀਂ ਪੈਦਾ ਕਰ ਦਿੰਦੀ ਹੈ, ਕਿ ਵੀ ਉਹ ਫਲੈਕਸੀਬਿਲਿਟੀ ਹੀ ਰਵੇ ਉਹਨਾਂ। ਕੈਲਸ਼ੀਅਮ ਸਿਟਰੇਟ ਮੈਲਟ ਹੈਗਾ, ਠੀਕ ਹੈ ਨਾ, ਕਿ ਵੀ ਇਹਦੇ ਵਿੱਚ ਪ੍ਰੋਪਰ ਭਰਪੂਰ ਮਾਤਰਾ ਜਿਹੜਾ ਪ੍ਰੋਪਰ ਅਬਜ਼ੌਰਬ ਕਰੇਗਾ, ਸਾਡੀ ਬੋਡੀ 'ਚ ਅਬਜ਼ੌਰਬ ਕਰੇਗਾ। ਕੈਲਸ਼ੀਅਮ ਕਾਰਬੋਨੇਟ ਨਹੀਂ ਹੈ, ਕੈਲਸ਼ੀਅਮ ਸਿਟਰੇਟ ਮੈਲਟ ਹੈ। ਕੈਲਸ਼ੀਅਮ ਕਾਰਬੋਨੇਟ ਦਾ ਚੂਨਾ ਹੁੰਦਾ ਜੋ ਪਥਰੀ ਪੈਦਾ ਕਰ ਦਿੰਦਾ, ਤੇ ਕੈਲਸ਼ੀਅਮ ਸਿਟਰੇਟ ਮੈਲਟ ਹੈ ਜੋ ਕਿ ਪ੍ਰੋਪਰ ਸਾਡੇ ਅੰਦਰ ਕੈਲਸ਼ੀਅਮ ਜੋ ਚਾਹੀਦਾ ਹੱਡੀਆਂ ਨੂੰ, ਉਹ ਸਾਡੇ ਅੰਦਰ ਅਬਜ਼ੌਰਬ ਹੋਏਗਾ, ਜਿਵੇਂ ਸਾਨੂੰ ਦੁੱਧ 'ਚੋਂ ਕੈਲਸ਼ੀਅਮ ਮਿਲਦਾ। ਮੈਗਨੀਸ਼ੀਅਮ ਸਿਟਰੇਟ ਹੈਗਾ, 300 ਤੋਂ ਉੱਪਰ ਮੈਗਨੀਸ਼ੀਅਮ ਆਪਣੇ ਅੰਦਰ ਬਾਇਓਕੈਮੀਕਲ ਰਿਐਕਸ਼ਨ ਹੁੰਦਾ। ਮੈਗਨੀਸ਼ੀਅਮ ਦੀ ਘਾਟ ਕਰਕੇ ਲੋਕ ਡਿਪਰੈਸ਼ਨ ਜਾਣਾ ਸ਼ੁਰੂ ਕਰ ਦਿੰਦੇ ਨੇ, ਹਾਰਟ ਦੀਆਂ ਕਈ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ ਨੇ ਉਹਨਾਂ ਨੂੰ, ਠੀਕ ਹੈ ਨਾ। ਉਹ ਇੰਨੀਆਂ ਚੀਜ਼ਾਂ ਮੈਗਨੀਸ਼ੀਅਮ ਸਿਟਰੇਟ, ਮੈਗਨੀਸ਼ੀਅਮ ਵੀ ਹੈਗਾ ਇਹਦੇ। ਫਿਰ ਮੈਗਨੀਜ਼ ਗਲਾਈਸੀਨੇਟ ਹੈਗਾ, ਐਸੈਂਸ਼ੀਅਲ ਨਿਊਟ੍ਰੀਐਂਟ ਜਿਹੜਾ ਚਾਹੀਦਾ। ਜ਼ਿੰਕ ਦਾ ਬਹੁਤ, ਤੁਸੀਂ ਨੈਟ ਰਿਸਰਚ ਮਾਰੋ ਕਿ ਵਾਇਰਸ ਤੇ ਜ਼ਿੰਕ ਅੱਗੇ ਵਾਇਰਸ ਨੂੰ ਰੈਪਲੀਕੇਟ ਨਹੀਂ ਹੋਣ ਦਿੰਦਾ, ਉਹ ਅੰਦਰ ਇੱਕ ਸੈੱਲ ਤੋਂ ਦੂਜੇ ਸੈੱਲ ਦੇ ਵਿੱਚ ਵੜਨ ਨਹੀਂ ਦਿੰਦਾ। ਉਹਦੀ ਜਿਹੜੀ ਆਊਟਰ ਰੇਅਰ ਹੈ ਸੈੱਲ ਦੀ, ਉਹਨੂੰ ਬੜਾ ਸਟਰੋਂਗ ਰੱਖਦਾ ਜ਼ਿੰਕ, ਇਮਿਊਨਿਟੀ ਬੂਸਟ ਕਰ ਦਿੰਦਾ, ਕਿ ਸੈੱਲ ਦੇ ਅੰਦਰ ਵੜਨ ਨਹੀਂ ਦਿੰਦਾ, ਉਹ ਵੀ ਇਹਦੇ ਵਿੱਚ ਹੀ ਹੈਗਾ। ਤੇ ਫਿਰ ਕ੍ਰੋਮੀਅਮ ਪੋਲੀ ਨਾਈਕੋਟਿਨੇਟ ਹੈਗਾ, ਜਿਹੜਾ ਮੈਟਾਬੋਲਿਜ਼ਮ ਗਲੂਕੋਜ਼ ਐਂਡ એનર્ਜੀ ਪ੍ਰੋਡਕਸ਼ਨ, ਜਿਹੜਾ ਵੀ ਸਾਡਾ એનર્ਜੀ ਬਣਦੀ ਏਟੀਪੀ ਬਣਦਾ, ਉਹ ਗਲੂਕੋਜ਼ ਨੂੰ ਮੈਟਾਬੋਲਾਈਜ਼ ਕਰਕੇ ਹੀ ਬਣੇਗੀ ਨਾ। ਉਹਦੇ ਲਈ ਉਹ ਵੀ ਬਾਇਓਪਰੇਨ, ਇਹਦੇ ਵਿੱਚ ਕਾਲੀ ਮਿਰਚ ਹੈ, ਕਿ ਵੀ ਇਹ ਪ੍ਰੋਪਰ ਜਿਹੜੇ ਨਿਊਟ੍ਰੀਐਂਟ ਜਿਹੜੇ ਇਹਦੇ ਵਿੱਚ ਤੁਸੀਂ ਲਏ ਨੇ ਤੁਹਾਡੇ ਸਰੀਰ 'ਚ ਅਬਜ਼ੌਰਬ ਕਰਨਗੇ, ਉਹ ਵੇਸਟ ਨਹੀਂ ਹੋਣਗੇ। ਕਈ ਵਾਰੀ ਹੁੰਦਾ ਕਿ ਬੰਦੇ ਨੂੰ ਕਹਿੰਦੇ ਜੋ ਖਾਇਆ ਨਾ ਉਹ ਮਾਇਨੇ ਨਹੀਂ ਰੱਖਦਾ, ਜੋ ਪਚਾਇਆ ਉਹ ਮਾਇਨੇ ਰੱਖਦਾ। ਅਸੀਂ ਖਾ ਤਾਂ ਰਹੇ ਹਾਂ, ਸਾਡਾ ਸਰੀਰ ਪਚਾ ਹੀ ਨਹੀਂ ਰਿਹਾ, ਤਾਂ ਫਾਇਦਾ ਕੀ ਹੈ। ਇਸ ਕਰਕੇ ਜੋ ਬਾਇਓਪਰੀਨ ਇਹ ਪ੍ਰੋਪਰ ਇਹਨਾਂ ਕਾਲੀ ਮਿਰਚ ਤੋਂ ਅਰਕ ਲਿਆ ਹੋਇਆ, ਇਹ ਸਾਡੇ ਸਰੀਰ ਦੇ ਵਿੱਚ ਜੋ ਅਸੀਂ ਖਾਇਆ ਉਹਨੂੰ ਪਚਾਏਗਾ। ਉਸ ਤੋਂ ਬਾਅਦ ਇਹਦੀ ਜਿਹੜੀ ਦੂਜੀ ਲੇਅਰ ਹੈਗੀ ਆ, ਉਹਦੇ 'ਚ ਦੂਜੀ ਲੇਅਰ ਹੈ। ਦੂਜੀ ਲੇਅਰ ਕਿਉਂ ਬਣਾਈ ਹੈ? ਕੁਝ ਜਿਹੜੇ ਵਿਟਾਮਿਨ ਮਿਨਰਲ ਹੈ ਬੋਡੀ ਇੱਕਦਮ ਅਬਜ਼ੌਰਬ ਕਰ ਲੈਂਦੀ ਹੈ। ਕਈ ਜਿਹੜੀ ਕਹਿੰਦੇ ਆ ਕਿ ਵੀ ਬੋਡੀ ਅਬਜ਼ੌਰਬ ਨਹੀਂ ਕਰਦੀ, ਜਿਵੇਂ ਆਪਾਂ ਆਇਰਨ ਦੀ ਵੈਸੇ ਜ਼ਿਆਦਾ ਆਇਰਨ ਕਿਸੇ ਨੂੰ ਕਿਸੇ ਲੂਜ਼ ਮੋਸ਼ਨ ਲੱਗ ਜਾਂਦੇ ਨੇ, ਉਹ ਬੋਡੀ ਅਬਜ਼ੌਰਬ ਨਹੀਂ ਕਰਦੀ। ਇਸ ਕਰਕੇ ਇਹਨਾਂ ਦੂਜੀ ਲੇਅਰ 'ਚ ਰੱਖਿਆ ਕਿ ਹੌਲੀ ਹੌਲੀ ਉਸ ਟੇਬਲੇਟ 'ਚੋਂ ਰਿਲੀਜ਼ ਕਰਕੇ ਸਰੀਰ 'ਚ ਅਬਜ਼ੌਰਬ ਹੁੰਦਾ ਹੈ। ਕਾਰਬੋਨੀਅਲ ਆਇਰਨ, ਇਹ ਵੀ ਸਾਡੀ ਜਿਹੜੀ ਸੈੱਲ ਬਣਦੇ ਨੇ ਰੈੱਡ ਬਲੱਡ ਸੈੱਲਸ, ਉਹਦੇ ਲਈ ਆਇਰਨ ਬਹੁਤ ਜ਼ਰੂਰੀ ਹੁੰਦਾ, ਉਹ ਇੱਥੋਂ ਮਿਲਦਾ ਹੋਮੋਗਲੋਬਿਨ ਬਣਾਉਣ ਲਈ। ਫਿਰ ਕਾਪਰ ਲਿਸੀਨੇਟ ਹੈਗਾ, ਠੀਕ ਹੈ, ਇਹ ਵੀ ਖੂਨ ਬਣਾਉਣ ਲਈ ਜਾਂ ਸਾਡੇ ਜ਼ਖਮਾਂ ਨੂੰ ਭਰਨ ਲਈ ਇਹ ਬੜਾ ਹੈਲਪਫੁਲ ਹੈਗਾ। ਤੇ ਵਿਟਾਮਿਨ B3 ਹੈਗਾ, ਸਪੋਰਟਸ ਕਾਰਡੀਓਵੈਸਕੂਲਰ ਸਪੋਰਟ, ਸਾਡੇ ਜਿਹੜੇ ਹਾਰਟ ਲਈ ਬੜਾ ਚੰਗਾ। ਲਿਪਡ ਜਿਹੜਾ ਲੈਵਲ ਹੈਗਾ ਉਹਨੂੰ ਮੇਨਟੇਨ, ਲੋਅਰ ਯਾਨੀ ਕਿ ਹਾਈ ਕੋਲੇਸਟ੍ਰੋਲ ਲਈ ਵੀ ਬੜਾ ਜ਼ਰੂਰੀ ਹੁੰਦਾ ਕਿ ਹਾਈ ਕੋਲੇਸਟ੍ਰੋਲ ਤੋਂ ਬਚਾ ਕੇ ਰੱਖਦਾ ਹੈ। ਜਿਹੜਾ ਬਲੱਡ ਦਾ ਲਿਪਡ ਲੈਵਲ ਹੈ ਉਹਨੂੰ ਨਾਰਮਲ ਮੇਨਟੇਨ ਕਰਦਾ ਵਿਟਾਮਿਨ। ਫਿਰ ਫੋਲਿਕ ਐਸਿਡ ਹੈਗਾ, ਨਵੇਂ ਜਿਹੜਾ ਨਿਊਕਲਿਕ ਐਸਿਡ ਚਾਹੀਦਾ ਲੱਗੇ, ਹੋਮੋਗਲੋਬਿਨ, ਨਿਊਰੋਨਸ ਐਂਡ ਕੋਫੈਕਟਰ ਆਫ ਬਾਇਓਲੋਜੀਕਲ ਰਿਐਕਸ਼ਨਸ ਦੇ ਲਈ ਫੋਲਿਕ ਐਸਿਡ ਬਹੁਤ ਜ਼ਰੂਰੀ ਹੈ। ਤੇ ਬਾਇਓਪਰੀਨ ਅਗੇਨ ਕਾਲੀ ਮਿਰਚ ਇਹਦੇ ਵਿੱਚ ਪਾਈ ਹੋਈ ਹੈ। ਤੇ ਇਸ ਕਰਕੇ ਇਹ ਇੱਕ ਬਿਟਾ ਐਸੈਂਸ਼ੀਅਲ ਦੇ ਵਿੱਚ ਜੋ ਇੱਕ ਫੌਜ ਨੂੰ ਆਪਣੇ ਸਾਰੇ ਅੱਗੇ ਸਮਾਨ ਚਾਹੀਦਾ ਸੀ, ਉਹ ਸਾਰਾ ਸਮਾਨ ਇੱਕੋ ਬਿਟਾ ਐਸੈਂਸ਼ੀਅਲ ਦੇ ਵਿੱਚ ਮੌਜੂਦ ਹੈਗਾ, ਇਹਦੇ ਵਿੱਚ ਪ੍ਰੈਜ਼ੈਂਟ ਹੈਗਾ। ਤੇ ਇਹਦੇ ਵਿੱਚ ਕੀ ਹੈ ਕਿ ਸਾਡੇ ਕੋਲ ਕੰਪਲੀਟ ਇੱਕ ਆਰਮੀ ਹੈਗੀ ਹੈ, ਸਾਡੇ ਇਮਿਊਨ ਸਿਸਟਮ ਜਿਹਨੂੰ ਕਹ ਲਓ ਉਹਨੂੰ ਸਟਰੋਂਗ ਕਰਨ। ਜੇ ਸਾਡੀ ਮਿਲਟਰੀ ਇਮਿਊਨ ਸਿਸਟਮ ਸਟਰੋਂਗ ਹੈ ਤਾਂ ਸਾਨੂੰ ਕੋਈ ਵੀ ਵਾਇਰਸ ਬੈਕਟੀਰੀਆ ਨੁਕਸਾਨ ਜਲਦੀ ਨਹੀਂ ਪਹੁੰਚਾ ਸਕਦਾ। ਤੇ ਇਹ ਚੀਜ਼ ਇਹ ਪ੍ਰੋਡਕਟ ਹੈਗਾ, ਇਹਦੇ ਬਾਰੇ ਮਲਟੀ ਫੰਕਸ਼ਨਸ ਹੈਗੇ ਇਹਦੇ ਬਿਟਾ ਐਸੈਂਸ਼ੀਅਲ ਦੇ। ਇਮਿਊਨਿਟੀ ਨੂੰ ਬੂਸਟ ਕਰਦਾ ਇਹ, ਠੀਕ ਹੈ, ਸਪੋਰਟਸ ਇਮਿਊਨ ਸਿਸਟਮ ਡਿਫੈਂਸਿਸ ਵਿਦ ਏ ਬੈਲੈਂਸ ਆਫ ਐਸੈਂਸ਼ੀਅਲ ਐਂਟੀਆਕਸੀਡੈਂਟਸ ਐਂਡ ਬਾਇਓ ਅਵੇਲੇਬਲ ਸਲੀਨੀਅਮ। ਇਹਦੇ ਵਿੱਚ ਸਲੀਨੀਅਮ ਜਿਹੜਾ ਹੈਗਾ ਬਾਇਓ ਅਵੇਲੇਬਲ, ਜਿਹੜਾ ਅਬਜ਼ੌਰਬ ਕਰਦਾ, ਇਹ ਇਮਿਊਨ ਸਿਸਟਮ ਨੂੰ ਸਟਰੋਂਗ ਕਰਦਾ ਤੇ ਸਾਡੀ ਜਿਹੜੀ ਅੰਦਰ ਦੀ ਤਾਕਤ ਹੈ, ਇਮਿਊਨਿਟੀ ਹੈ, ਫੌਲਾਦ ਵਰਗਾ ਉਹਨੂੰ ਕਹਿ ਲਓ ਕਿ ਵੀ ਸਾਡੇ ਸਰੀਰ ਨੂੰ ਬਣਾਉਂਦਾ। ਫਿਰ એનર્ਜੀ, ਸਾਡੀ ਜਿਹੜੇ ਇਹਦੇ ਵਿੱਚ એનર્ਜੀ ਚਾਹੀਦੀ ਹੈ, ਹੈਲਥ ਸਪੋਰਟ એનર્ਜੀ ਪ੍ਰੋਡਕਸ਼ਨ ਵਿਦ B ਵਿਟਾਮਿਨਸ, B ਦਾ ਪੂਰਾ ਕੰਪਲੈਕਸ ਹੈ ਸਾਡੀ એનર્ਜੀ ਪ੍ਰੋਡਕਸ਼ਨ ਦੇ ਵਿੱਚ ਸਪੋਰਟ ਕਰਦਾ। ਬੋਨ ਹੈਲਥ ਮੇਨਟੇਨ ਬੋਥ ਸਟਰੋਂਗ, ਸਾਡੀਆਂ ਹੱਡੀਆਂ ਨੂੰ ਤਾਕਤ ਦਿੰਦਾ। ਇਹਦੇ ਵਿੱਚ ਵਿਟਾਮਿਨ D ਤੇ ਕੈਲਸ਼ੀਅਮ ਵੀ ਹੈਗਾ। ਤੇ ਮਸਲ ਤੇ ਨਰਵ, ਸਪੋਰਟਸ ਪ੍ਰੋਪਰ ਮਸਲ ਜਿਹੜੇ ਲੋਕ ਕਹਿੰਦੇ ਆ ਕਿ ਸਾਡੇ ਮਸਲ ਵੀਕ ਹੋ ਗਏ ਜਾਂ ਸਾਡੀਆਂ ਨਾੜਾਂ ਕਮਜ਼ੋਰ ਹੋ ਗਈਆਂ, ਉਹਦੇ ਲਈ ਵੀ ਇਹਦੇ ਵਿੱਚ ਚੀਜ਼ਾਂ ਹੈਗੀਆਂ ਨੇ ਜਿਹੜੀ ਕਿ ਇਹਨੂੰ ਤੰਦਰੁਸਤ ਕਰਦੇ। ਫਿਰ ਇਹ ਇਸੇ ਕਰਕੇ ਕਹਿੰਦੇ ਆ ਬਿਟਾ ਐਸੈਂਸ਼ੀਅਲ ਇੱਕ ਕੰਪਲੀਟ ਸੋਲਿਊਸ਼ਨ ਹੈਗਾ ਤੁਹਾਡੇ ਬਚਾਓ ਲਈ। ਇਸ ਕਰਕੇ ਇਸ ਨੂੰ ਜ਼ਰੂਰ ਲਓ। ਤੇ ਇਹ ਜਿੰਨੇ ਵੀ ਪ੍ਰੋਡਕਟ ਅਸੀਂ ਹੈਗੇ ਨੇ, ਇਹ ਜਿਹੜਾ ਪ੍ਰੋਡਕਟ ਹੈਗਾ ਇਹ ਆਯੁਰਵੇਦਾ ਤੋਂ ਇੰਸਪਾਇਰ ਹੋ ਕੇ ਅਸੀਂ ਆਪਣੀ ਸਾਇੰਸ ਨੂੰ ਸਟੈਂਡਰਡਾਈਜ਼ ਕਰਕੇ ਡਿਵੈਲਪ ਕੀਤਾ ਇਸ ਕੰਪਨੀ ਨੇ, ਸੈਮੀ ਸਬਿੰਸਾ ਕਾਰਪੋਰੇਸ਼ਨ ਨੇ। ਤੇ ਥੈਂਕ ਯੂ ਫॉर योर वंडरफुल कोऑपरेशन।